पंजाब दे विच दीप सिद्धू वाला जां किसान संघर्ष वाला वरतारा नहीं सी चलिया, उदों भी भाई अमरतपाल सिंह सोशल मीडिया के उत्ते काफ़ी सरगर्म सी। बहुत घट लोग जिन्हां ने सोशल मीडिया नहीं वरतिया वो नहीं जानते, उन्होंने नहीं पता। 2012-13 ਦੇ ਵਿੱਚ ਜਦੋਂ ਅਸੀਂ ਇਸ ਪਾਸੇ ਧਿਆਨ ਦਿੱਤਾ ਤਾਂ ਥੋੜੇ ਸਮੇਂ ਬਾਅਦ ਹੀ ਇੱਕ ਅਸੀਂ ਇਹ ਨੌਜਵਾਨ ਨੂੰ ਦੇਖਿਆ ਜਿਹੜਾ ਬਿਲਕੁਲ ਉਸ ਟਾਈਮ ਕਲੀਨ ਸ਼ੇਵਡ ਸੀ ਜਾਂ ਸਾਡੇ ਖਾਲਸਾਈ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਪਤਤ ਸੀ, ਪਰ ਉਹਦੀ ਗੱਲਬਾਤ ਦੇ ਵਿੱਚ ਕੁਝ ਵੱਖਰਾਪਣ ਸੀ, ਕੋਈ ਤਾਜ਼ਗੀ ਸੀ, ਕੋਈ ਨਰੂਆਪਣ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਐਂਟੀ ਸਿੱਖ ਲੌਬੀ ਦਾ ਸਿੱਖ ਨੌਜਵਾਨਾਂ ਨਾਲ ਭੇੜ ਪਿਆ ਰਹਿੰਦਾ ਸੀ। ਜਿਹੜੀ ਟਰਮ RSS ਵਰਤ ਰਹੀ ਆ ਨਾ, ਕੇਸਾਧਾਰੀ ਹਿੰਦੂ, ਉਹ ਕੇਸਾਧਾਰੀ ਹਿੰਦੂ ਵਾਂਗੂ ਹੀ ਕੁਝ ਲੋਕ ਬਣੇ ਪਏ ਨੇ ਸਾਡੇ ਵਿੱਚ। ਕਈ ਵਾਰ ਰੋਸ ਆਉਣਾ ਵੀ ਇਹ ਸਿੱਖਾਂ ਦੇ ਘਰਾਂ 'ਚ ਜੰਮੇ ਆ, ਇਹਨਾਂ ਨੂੰ ਸਿੱਖੀ ਦੀ, ਸਿੱਖ ਫਲਸਫੇ ਦੀ, ਸਿੱਖ ਇਤਿਹਾਸ ਦੀ, ਸਿੱਖ ਸਿਧਾਂਤ ਦੀ ਕੋਈ ਪਕੜ ਨਹੀਂ, ਕੋਈ ਸਮਝ ਨਹੀਂ, ਤੇ ਕਿਵੇਂ ਇਹ ਬੜੀ ਮੌਜ ਨਾਲ ਉਹ ਗੱਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਨੇ ਜਿਹੜੀਆਂ ਗੱਲਾਂ ਸਿੱਖੀ ਦੇ ਵੈਰੀਆਂ ਨੇ ਜਾਂ ਸਿੱਖੀ ਦੇ ਦੁਸ਼ਮਣਾਂ ਨੇ ਜਾਂ ਸਿੱਖੀ ਦੇ ਸ਼ਰੀਕਾਂ ਨੇ ਜਾਣ ਬੁੱਝ ਕੇ ਸ਼ਰਾਰਤ ਵਜੋਂ ਜਾਂ ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਦਰਸਾਉਣ ਵਜੋਂ ਫੈਲਾਈਆਂ। ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਖਾਲਿਸਤਾਨ ਦੇ ਕਨਸੈਪਟ ਨੂੰ, ਸੰਘਰਸ਼ ਨੂੰ ਤੇ ਸਿੱਖ ਜੁਝਾਰੂਆਂ ਨੂੰ ਨਿੰਦਣ ਭੰਡਣ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦਾ ਅਕਸ ਖਰਾਬ ਕਰਨ ਦੇ ਵਿੱਚ ਇਹ ਲੋਕ ਲਗਾਤਾਰ ਲੱਗੇ ਹੁੰਦੇ ਸੀ। ਉਹ ਜਿਹੜੇ ਲੋਕ ਇਹ ਸਮਝਦੇ ਆ ਕਿ ਉਹ ਪਤਾ ਨਹੀਂ ਕਿੱਥੋਂ ਇੱਕਦਮ ਪ੍ਰਗਟ ਹੋ ਗਿਆ ਜੀ, ਉਹਨੂੰ ਕਿਸੇ ਨੇ ਤਿਆਰ ਕਰਕੇ ਭੇਜਤਾ ਜੀ, ਉਹ ਏਜੰਸੀਆਂ ਨੇ ਭੇਜਤਾ, ਉਹ ਉਹਨਾਂ ਗੱਲਾਂ ਦੇ ਮੁਤਾਲਕ ਅਸੀਂ ਤਾਂ ਉਹਨੂੰ ਬਹੁਤ ਲੰਮੇ ਅਰਸੇ ਤੋਂ ਦੇਖਦੇ ਆ ਰਹੇ ਹਾਂ। ਪੰਜਾਬ ਦੇ ਵਿੱਚ ਇੱਥੇ ਇੱਕ ਬਹੁਤ ਵੱਡੀ ਇਹੋ ਜਿਹੀ ਜਮਾਤ ਤਿਆਰ ਹੋਈ ਆ ਜਿਹਦੇ ਜਿਹੜੇ ਹੈਗੇ ਆ ਸਰੋਕਾਰ ਤਾਂ ਕੌਮ ਪ੍ਰਸਤੀ ਵਾਲੇ ਨੇ, ਪਰ ਉਹ ਜਿਹੜੀਆਂ ਧਿਰਾਂ ਜਾਂ ਧੜਿਆਂ ਤੋਂ ਜਾਂ ਜਿਨ੍ਹਾਂ ਵਿਅਕਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਥਕ ਸਭਾ ਵਿੱਚ ਆਏ ਨੇ, ਉਹਨਾਂ ਤੋਂ ਉਹਨਾਂ ਨੌਜਵਾਨਾਂ ਦੀ ਮਾਨਸਿਕ ਤਸੱਲੀ ਨਹੀਂ ਹੋ ਰਹੀ। ਇਹਨਾਂ ਨੌਜਵਾਨਾਂ ਨੇ ਉਹ ਤਸ਼ੱਦਦ ਦਾ ਦੌਰ ਜਾਂ ਉਹ ਜ਼ੁਲਮ ਜਿਹੜਾ 1978 ਤੋਂ ਲੈ ਕੇ ਜਾਂ ਖਾਸ ਤੌਰ ਤੇ 1984 ਤੋਂ 95 ਤੱਕ ਹੋਇਆ, ਬਿਆੰਤੇ ਬੁੱਚੜ ਤੱਕ, ਉਹ ਇਹਨਾਂ ਨੇ ਨਹੀਂ ਦੇਖੇ। ਬਹੁਤੇ ਨੌਜਵਾਨ ਜਿਹੜੇ 1990 ਚ ਜੰਮੇ ਤੇ ਜਿਨ੍ਹਾਂ ਦੀ ਉਮਰ ਅੱਜ 30-35 ਸਾਲ ਆ, ਉਹ ਬਹੁਤੇ ਉਹ ਨੇ ਜਿਨ੍ਹਾਂ ਦੀ ਉਮਰ 1995 ਵਿੱਚ 5-4 ਸਾਲ ਸੀ, ਤੇ ਉਦੋਂ ਬੱਚੇ ਨੂੰ ਕੀ ਪਤਾ ਹੋਣਾ ਸੀ ਵੀ ਇੱਥੇ ਕੀ ਹੋ ਰਿਹਾ। TV 84 ਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਅਮਰਤਪਾਲ ਸਿੰਘ ਤੇ ਉਹਦੇ ਸਾਥੀ ਆ ਜਿਹੜੇ, ਉਹਨਾਂ ਸਾਰਿਆਂ ਨੂੰ ਬੇਸ਼ੱਕ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਤੇ NSA ਵਾਲੇ ਚੱਕਰ ਤੋਂ ਬਾਅਦ ਵਿੱਚ ਜਿਹੜੇ ਦੂਜੇ ਪਰਚੇ ਆ ਉਹਨਾਂ ਤੇ ਕਈ ਦਰਜ ਕੀਤੇ ਹੋਏ, ਉਹਨਾਂ ਕਰਕੇ ਅਜੇ ਪਤਾ ਨਹੀਂ ਕਦੋਂ ਉਹ ਪਬਲਿਕ ਵਿੱਚ, ਸੰਗਤ ਵਿੱਚ ਵਿਚਰਨ ਦੇ ਯੋਗ ਹੋ ਸਕਣਗੇ। ਪਰ ਇਸ ਸਾਰੇ ਵਰਤਾਰੇ ਉੱਤੇ ਸਾਨੂੰ ਚਰਚਾ ਕਰਦੇ ਰਹਿਣਾ ਚਾਹੀਦਾ, ਕਿਉਂਕਿ ਸਾਡੇ ਲੋਕਾਂ ਦੇ ਦਿਲ ਦਿਮਾਗ ਵਿੱਚ ਕਿਸੇ ਸ਼ਖਸੀਅਤ ਜਾਂ ਕਿਸੇ ਵਰਤਾਰੇ ਦੀ ਜਿੰਨੀ ਚਰਚਾ ਹੁੰਦੀ ਰਹੇਗੀ, ਉਸ ਹਿਸਾਬ ਦੇ ਨਾਲ ਉਸ ਵਿਅਕਤੀ ਜਾਂ ਉਸ ਵਰਤਾਰੇ ਦੀ ਅਹਿਮੀਅਤ ਬਣੀ ਰਹੂਗੀ। ਪਿਛਲੇ ਦਿਨਾਂ ਦੇ ਵਿੱਚ ਜਦੋਂ ਭਾਈ ਅਮਰਤਪਾਲ ਸਿੰਘ ਅਜੇ ਰੋਡੇ ਪਿੰਡ ਤੋਂ ਉਹਨਾਂ ਨੂੰ ਪੁਲਿਸ ਨੇ ਕਾਬੂ ਨਹੀਂ ਸੀ ਕੀਤਾ ਜਾਂ ਉਹਨਾਂ ਨੇ ਆਪਦੇ ਆਪ ਨੂੰ ਪੇਸ਼ ਜਿਵੇਂ ਕੀਤਾ, ਉਹ ਸਾਰੀ ਗੱਲ ਨਹੀਂ ਸੀ ਵਾਪਰੀ, ਉਦੋਂ ਵੀ ਕੁਝ ਜਿਹੜੇ ਸਿੱਖ ਵਿਰੋਧੀ ਲੋਕ ਨੇ ਉਹਨਾਂ ਨੇ ਇਸ ਤਰੀਕੇ ਦੀਆਂ ਗੱਲਾਂ ਕੀਤੀਆਂ ਸੀਗੀਆਂ ਕਿ ਹੁਣ ਭਾਈ ਅਮਰਤਪਾਲ ਸਿੰਘ ਦੀ ਕੋਈ ਖਬਰ ਜਾਂ ਕੋਈ ਗੱਲ ਬਹੁਤੀ ਨਹੀਂ ਰਹੀ, ਜਾਂ ਹੁਣ ਉਹ ਚਰਚਾ ਵਿੱਚ ਨਹੀਂ ਰਹੇਗਾ। ਇਸ ਤਰ੍ਹਾਂ ਦੀਆਂ ਗੱਲਾਂ ਦਾ ਕਰਨ ਕਰਾਉਣ ਦਾ ਉਹਨਾਂ ਦਾ ਭਾਵ ਇਹੀ ਸੀ ਵੀ ਹੁਣ ਛੱਡੋ ਜੀ, ਬਹੁਤ ਹੋ ਗਿਆ, ਛੱਡੋ ਇਸ ਮਸਲੇ ਨੂੰ, ਛੱਡੋ ਇਸ ਵਿਸ਼ੇ ਨੂੰ। ਪਰ ਦੀਪ ਸਿੱਧੂ ਤੋਂ ਬਾਅਦ ਵਿੱਚ ਭਾਈ ਅਮਰਤਪਾਲ ਸਿੰਘ ਨੇ ਜਿਸ ਤਰੀਕੇ ਨਾਲ ਸਿੱਖ ਨੌਜਵਾਨੀ ਨੂੰ ਟੁੰਬਿਆ, ਉਹਦੇ ਵਿੱਚ ਬਹੁਤ ਕੁਝ ਇਹੋ ਜਿਹਾ ਹੈ ਜਿਹਦੇ ਬਾਰੇ ਸਾਨੂੰ ਅੱਜ ਲੋੜ ਹੈ ਗੱਲ ਕਰਨ ਦੀ।
ਸਭ ਤੋਂ ਪਹਿਲੀ ਗੱਲ ਤਾਂ ਇਹ ਆ ਕਿ ਜਦੋਂ ਇਹ ਪੰਜਾਬ ਦੇ ਵਿੱਚ ਦੀਪ ਸਿੱਧੂ ਵਾਲਾ ਜਾਂ ਕਿਸਾਨ ਸੰਘਰਸ਼ ਵਾਲਾ ਵਰਤਾਰਾ ਨਹੀਂ ਸੀ ਚੱਲਿਆ, ਉਦੋਂ ਵੀ ਭਾਈ ਅਮਰਤਪਾਲ ਸਿੰਘ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਸਰਗਰਮ ਸੀ। ਬਹੁਤ ਘੱਟ ਲੋਕ ਜਿਨ੍ਹਾਂ ਨੇ ਸੋਸ਼ਲ ਮੀਡੀਆ ਨਹੀਂ ਵਰਤਿਆ, ਉਹ ਨਹੀਂ ਜਾਣਦੇ, ਉਹਨਾਂ ਨੂੰ ਨਹੀਂ ਪਤਾ। ਪਰ ਅਸੀਂ ਕਿਉਂਕਿ ਸਾਰੇ ਪਾਸੇ ਨਜ਼ਰ ਰੱਖਦੇ ਹਾਂ, 2012-13 ਦੇ ਵਿੱਚ ਜਦੋਂ ਅਸੀਂ ਇਸ ਪਾਸੇ ਧਿਆਨ ਦਿੱਤਾ ਤਾਂ ਥੋੜੇ ਸਮੇਂ ਬਾਅਦ ਹੀ ਇੱਕ ਅਸੀਂ ਇਹ ਨੌਜਵਾਨ ਨੂੰ ਦੇਖਿਆ ਜਿਹੜਾ ਬਿਲਕੁਲ ਉਸ ਟਾਈਮ ਕਲੀਨ ਸ਼ੇਵਡ ਸੀ, ਜਾਂ ਸਾਡੇ ਖਾਲਸਾਈ ਹਿਸਾਬ ਦੇ ਨਾਲ ਜੇ ਦੇਖਿਆ ਜਾਵੇ ਤਾਂ ਪਤਤ ਸੀ। ਪਰ ਉਹਦੀ ਗੱਲਬਾਤ ਦੇ ਵਿੱਚ ਕੁਝ ਵੱਖਰਾਪਣ ਸੀ, ਕੋਈ ਤਾਜ਼ਗੀ ਸੀ, ਕੋਈ ਨਰੂਆਪਣ ਸੀ। ਤੇ ਉਹਨਾਂ ਦਿਨਾਂ ਦੇ ਵਿੱਚ ਐਂਟੀ ਸਿੱਖ ਲੌਬੀ ਦਾ ਸਿੱਖ ਨੌਜਵਾਨਾਂ ਨਾਲ ਭੇੜ ਪਿਆ ਰਹਿੰਦਾ ਸੀ ਸੋਸ਼ਲ ਮੀਡੀਆ ਉੱਤੇ। ਤੇ ਸਾਡੇ ਸਿੱਖ ਨੌਜਵਾਨ ਜਿਨ੍ਹਾਂ ਵਿੱਚ ਕਈ ਔਗਣ, ਘਾਟਾਂ, ਕਮਜ਼ੋਰੀਆਂ ਨੇ, ਜਿਹੜੇ ਖਾਸ ਤੌਰ ਦੇ ਉੱਤੇ ਭਾਰਤੀ ਵਿਦਿਅਕ ਅਦਾਰਿਆਂ ਦੇ ਵਿੱਚ ਇਸ ਤਰੀਕੇ ਨਾਲ ਤਿਆਰ ਕੀਤੇ ਗਏ ਨੇ ਕਿ ਜਿਹੜੀ ਟਰਮ ਆਰਐਸਐਸ ਵਰਤ ਰਹੀ ਆ ਨਾ, ਕੇਸਾਧਾਰੀ ਹਿੰਦੂ, ਉਹ ਕੇਸਾਧਾਰੀ ਹਿੰਦੂ ਵਾਂਗੂ ਹੀ ਕੁਝ ਲੋਕ ਬਣੇ ਹੋਏ ਨੇ ਸਾਡੇ ਵਿੱਚ। ਉਹਨਾਂ ਦੀਆਂ ਗੱਲਾਂ ਬਾਤਾਂ ਸਿੱਖ ਨੌਜਵਾਨਾਂ ਦੀਆਂ ਪੜ੍ਹ ਕੇ ਕਈ ਵਾਰੀ ਗੁੱਸਾ ਆਉਣਾ, ਕਈ ਵਾਰ ਰੋਸ ਆਉਣਾ ਵੀ ਇਹ ਸਿੱਖਾਂ ਦੇ ਘਰਾਂ 'ਚ ਜੰਮੇ ਆ, ਇਹਨਾਂ ਨੂੰ ਸਿੱਖੀ ਦੀ, ਸਿੱਖ ਫਲਸਫੇ ਦੀ, ਸਿੱਖ ਇਤਿਹਾਸ ਦੀ, ਸਿੱਖ ਸਿਧਾਂਤ ਦੀ ਕੋਈ ਪਕੜ ਨਹੀਂ, ਕੋਈ ਸਮਝ ਨਹੀਂ, ਤੇ ਕਿਵੇਂ ਇਹ ਬੜੀ ਮੌਜ ਨਾਲ ਉਹ ਗੱਲਾਂ ਨਾਲ ਸਹਿਮਤੀ ਪ੍ਰਗਟਾ ਰਹੇ ਨੇ ਜਿਹੜੀਆਂ ਗੱਲਾਂ ਸਿੱਖੀ ਦੇ ਵੈਰੀਆਂ ਨੇ, ਜਾਂ ਸਿੱਖੀ ਦੇ ਦੁਸ਼ਮਣਾਂ ਨੇ, ਜਾਂ ਸਿੱਖੀ ਦੇ ਸ਼ਰੀਕਾਂ ਨੇ ਜਾਣ ਬੁੱਝ ਕੇ ਸ਼ਰਾਰਤ ਵਜੋਂ ਜਾਂ ਸਿੱਖ ਕੌਮ ਨੂੰ ਕੇਸਾਧਾਰੀ ਹਿੰਦੂ ਦਰਸਾਉਣ ਵਜੋਂ ਫੈਲਾਈਆਂ। ਨਾਲ ਦੀ ਨਾਲ ਇੱਕ ਹੋਰ ਜਮਾਤ ਜਿਹਨੂੰ ਆਪਾਂ ਕਾਮਰੇਡ ਕਹਿ ਦਿੰਦੇ ਆ, ਉਹ ਚਾਹੇ ਲਿਬਰਲ ਕਹਾਉਣ, ਤਰਕਸ਼ੀਲ ਕਹਾਉਣ, ਜਾਂ ਕੁਝ ਹੋਰ ਕਹਾਉਣ, ਇਹ ਲੋਕ ਵੀ ਸੋਸ਼ਲ ਮੀਡੀਆ ਦੇ ਰਾਹੀਂ ਸਿੱਖ ਜਜ਼ਬਾਤਾਂ ਦੀ ਹੇਠੀ ਕਰਨੀ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨੂੰ, ਖਾਲਿਸਤਾਨ ਦੇ ਕਨਸੈਪਟ ਨੂੰ, ਸੰਘਰਸ਼ ਨੂੰ, ਤੇ ਸਿੱਖ ਜੁਝਾਰੂਆਂ ਨੂੰ ਨਿੰਦਣ ਭੰਡਣ ਦੇ ਵਿੱਚ, ਲੋਕਾਂ ਦੇ ਮਨਾਂ ਦੇ ਵਿੱਚ ਉਹਨਾਂ ਦਾ ਅਕਸ ਖਰਾਬ ਕਰਨ ਦੇ ਵਿੱਚ ਇਹ ਲੋਕ ਲਗਾਤਾਰ ਲੱਗੇ ਹੁੰਦੇ ਸੀ। ਤੇ ਇਸ ਸਾਰੇ ਮਾਹੌਲ ਦੇ ਵਿੱਚ ਥੋੜੇ ਜਿਹੇ ਸਿੱਖ ਨੌਜਵਾਨ ਸੀਗੇ ਜਿਹੜੇ ਇਸ ਸਾਰੇ ਕਾਸੇ ਦੇ ਖਿਲਾਫ ਡਟੇ ਹੁੰਦੇ ਸੀ। ਉਹ ਅੱਡ-ਅੱਡ ਮੁਲਕਾਂ ਚੋਂ ਅੱਡ-ਅੱਡ ਵਕਤਾਂ ਉੱਤੇ ਕੋਈ ਲਾਈਵ ਹੋ ਕੇ, ਕੋਈ ਲਿਖ ਕੇ, ਕੋਈ ਬੋਲ ਕੇ ਇਸ ਐਂਟੀ ਸਿੱਖ ਵਰਤਾਰੇ ਦਾ ਵਿਰੋਧ ਕਰਨ ਦੇ ਵਿੱਚ ਜਿਹੜੇ ਨੌਜਵਾਨ ਡਟੇ ਹੁੰਦੇ ਸੀ, ਉਹਨਾਂ ਵਿੱਚੋਂ ਹੀ ਅਸੀਂ ਭਾਈ ਅਮਰਤਪਾਲ ਸਿੰਘ ਨੂੰ ਦੇਖਦੇ ਹੁੰਦੇ ਸੀ। ਤੇ ਮੈਂ ਕਈ ਵਾਰ ਇਸ ਗੱਲ ਦੇ ਉੱਤੇ ਬੜਾ ਹੈਰਾਨ ਹੋਣਾ ਬਈ ਬੇਸ਼ੱਕ ਇਸ ਨੌਜਵਾਨ ਦਾ ਪਤਤ ਸਰੂਪ ਆ, ਪਰ ਕਈ ਗੱਲਾਂ ਜਿਹੜੀਆਂ ਨੇ ਉਹ ਬਾਕੀਆਂ ਨਾਲੋਂ ਇਹ ਥੋੜੀਆਂ ਜਿਹੀਆਂ ਸਾਫ਼ ਤੇ ਸਪਸ਼ਟ ਤੇ ਤਿੱਖੀਆਂ ਤੇ ਤਲਖ ਕਹਿਣ ਜੋਗਾ ਹੋਇਆ ਹੈ। ਸਾਡੀ ਇੱਕ ਦੋ ਵਾਰ ਸੋਸ਼ਲ ਮੀਡੀਆ ਉੱਤੇ ਮੈਂ ਸਗਾਂ ਤੇ ਉਹਦੇ ਅਕਾਊਂਟ 'ਚ ਜਾ ਕੇ ਮੈਸੇਜ ਕਰਨਾ, ਜਾਂ ਉਹਨੇ ਕਰਨਾ, ਹੋਰ ਕਈ ਭੈਣਾਂ ਭਰਾਵਾਂ ਨੇ ਉਹਨੂੰ ਸਲਾਉਣਾ, ਤੇ ਜਦੋਂ ਕਿਤੇ ਕਾਮਰੇਡ ਲਾਣੇ ਨਾਲ ਪੰਗਾ ਪਿਆ ਹੁੰਦਾ ਸੀ, ਉਸ ਮੌਕੇ ਲਾਈਵ ਹੋ ਕੇ ਭਾਈ ਅਮਰਤਪਾਲ ਸਿੰਘ ਜਦੋਂ ਬੋਲਦੇ ਕਰਦੇ ਹੁੰਦੇ ਸੀ, ਉਦੋਂ ਬਹੁਤ ਲੋਕਾਂ ਨੇ ਉਹਦੇ ਲਾਈਵ ਨੂੰ ਸੁਣਨਾ ਤੇ ਕਈ ਗੱਲਾਂ ਦੇ ਉੱਤੇ ਕਹਿਣਾ ਕਿ ਇਹ ਅਸੀਂ ਪਹਿਲੀ ਵਾਰ ਸੁਣੀਆਂ। ਸੋ ਜਿਹੜੇ ਲੋਕ ਇਹ ਸਮਝਦੇ ਆ ਕਿ ਉਹ ਪਤਾ ਨਹੀਂ ਕਿੱਥੋਂ ਇੱਕਦਮ ਪ੍ਰਗਟ ਹੋ ਗਿਆ ਜੀ, ਉਹਨੂੰ ਕਿਸੇ ਨੇ ਤਿਆਰ ਕਰਕੇ ਭੇਜਤਾ ਜੀ, ਉਹ ਏਜੰਸੀਆਂ ਨੇ ਭੇਜਤਾ, ਉਹ ਉਹਨਾਂ ਗੱਲਾਂ ਦੇ ਮੁਤਾਲਕ ਅਸੀਂ ਤਾਂ ਉਹਨੂੰ ਬਹੁਤ ਲੰਮੇ ਅਰਸੇ ਤੋਂ ਦੇਖਦੇ ਆ ਰਹੇ ਹਾਂ। ਤੇ ਕਿਸਾਨ ਸੰਘਰਸ਼ ਵਾਲੇ ਦਿਨਾਂ ਦੇ ਵਿੱਚ ਜਿਹੜਾ ਸਿੱਖ ਫੇਥ ਅਤੇ ਕਮਿਊਨਿਸਟ ਫੇਥ ਦਾ ਇੱਕ ਟਕਰਾਅ ਹੋਇਆ ਸੀ, ਉਸ ਟਕਰਾਅ ਨੂੰ ਸਾਡੇ ਬਹੁਤ ਸਾਰੇ ਲੋਕ ਸਮਝ ਨਹੀਂ ਸੀ ਪਾ ਰਹੇ, ਤੇ ਸਾਡੀ ਸਿੱਖ ਚੇਤਨਾ, ਖਾਸ ਤੌਰ ਤੇ ਨੌਜਵਾਨੀ ਜਿਹੜੀ ਸਾਡੀ ਯੂਥ ਸ਼ਕਤੀ ਆ, ਇਹਨੂੰ ਬੜੀ ਤਕਲੀਫ ਹੋ ਰਹੀ ਸੀ ਕਿ ਸਾਨੂੰ ਇੱਕੋ ਹੀ ਰੱਟ ਲਾਈ ਜਾ ਰਹੀ ਆ ਸਾਡੇ ਕੌਮ ਦੇ ਵੱਡਿਆਂ ਵੱਲੋਂ, ਸਿਆਣਿਆਂ ਵੱਲੋਂ, ਉਮਰਦਰਾਜ ਲੋਕਾਂ ਵੱਲੋਂ, ਕਿ ਦੇਖਿਓ ਕਿਤੇ ਤੁਹਾਡੇ ਕਰਕੇ ਮੋਰਚਾ ਜਿਹੜਾ ਹੈਗਾ ਉਹ ਨਾ ਅਸਫਲ ਹੋ ਜੇ, ਤੇ ਆਪਣੇ ਤੇ ਸਾਰੀ ਇਸ ਗੱਲ ਦਾ ਫਿਰ ਭਾਰ ਪੈ ਜੇ ਕਿ ਮੋਰਚਾ ਤਾਂ ਕਾਮਯਾਬ ਹੋ ਜਾਣਾ ਸੀਗਾ, ਇਹਨਾਂ ਸਿੱਖ ਨੌਜਵਾਨਾਂ ਨੇ, ਪੰਥਕ ਸੋਚ ਵਾਲਿਆਂ ਨੇ ਸਾਨੂੰ ਅੱਗੇ ਨਹੀਂ ਵਧਣ ਦਿੱਤਾ। ਸਾਨੂੰ ਉਦੋਂ ਇਹ ਲੱਗਦਾ ਹੁੰਦਾ ਸੀਗਾ ਵੀ ਜਿਹੜੀਆਂ ਗੱਲਾਂ ਦੇ ਜਵਾਬ ਦੇਣੇ ਚਾਹੀਦੇ ਆ ਹੁਣੇ ਦਈਏ, ਫੇਰ ਕਦੋਂ ਦੇਵਾਂਗੇ। ਉਹਨਾਂ ਦਿਨਾਂ ਦੇ ਵਿੱਚ ਭਾਈ ਅਮਰਤਪਾਲ ਸਿੰਘ
ਬਹੁਤ ਜ਼ਿਆਦਾ ਸਖਤ ਲਹਿਜੇ ਵਿੱਚ ਟਿੱਪਣੀਆਂ ਕਰਾਉਣ ਕਰਕੇ ਲੋਕਾਂ ਦੇ ਵਿੱਚ ਕਾਫੀ ਜ਼ਿਆਦਾ ਨੌਜਵਾਨਾਂ ਦੇ ਵਿੱਚ ਚਰਚਿਤ ਹੋਇਆ। ਪੰਜਾਬ ਦੇ ਵਿੱਚ ਇੱਥੇ ਇੱਕ ਬਹੁਤ ਵੱਡੀ ਇਹੋ ਜਿਹੀ ਜਮਾਤ ਤਿਆਰ ਹੋਈ ਆ ਜਿਹਦੇ ਜਿਹੜੇ ਹੈਗੇ ਆ ਸਰੋਕਾਰ ਤਾਂ ਕੌਮ ਪ੍ਰਸਤੀ ਵਾਲੇ ਨੇ, ਪਰ ਉਹ ਜਿਹੜੀਆਂ ਧਿਰਾਂ ਜਾਂ ਧੜਿਆਂ ਤੋਂ ਜਾਂ ਜਿਨ੍ਹਾਂ ਵਿਅਕਤੀਆਂ ਤੋਂ ਪ੍ਰਭਾਵਿਤ ਹੋ ਕੇ ਪੰਥਕ ਸਭਾ ਵਿੱਚ ਆਏ ਨੇ, ਉਹਨਾਂ ਨੌਜਵਾਨਾਂ ਦੀ ਮਾਨਸਿਕ ਤਸੱਲੀ ਨਹੀਂ ਹੋ ਰਹੀ। ਇਹ ਨੁਕਤਾ ਥੋੜਾ ਜਿਹਾ ਸਪਸ਼ਟ ਕਰਨ ਲਈ ਮੈਂ ਫੇਰ ਦੁਬਾਰਾ ਕਹਿੰਦਾ ਵੀ ਇੱਥੇ ਪੰਜਾਬ ਦੇ ਵਿੱਚ ਜਦੋਂ ਦਲ ਖਾਲਸਾ, ਮਾਨ ਦਲ, ਭਾਈ ਦਲਜੀਤ ਸਿੰਘ ਵਾਲਾ ਗਰੁੱਪ ਜਾਂ ਇਹਨਾਂ ਵਾਲੀ ਫੈਡਰੇਸ਼ਨ ਜਾਂ ਹੋਰ ਕਈ ਨਿੱਕੀਆਂ ਵੱਡੀਆਂ ਧਿਰਾਂ ਧੜਿਆਂ ਨੇ ਬਹੁਤ ਠੰਮੇ ਤਾਂ ਧੀਰਜ ਨਾਲ ਲੰਮੀ ਰੇਸ ਦੇ ਘੋੜੇ ਬਣ ਕੇ ਸਰਗਰਮੀਆਂ ਕੀਤੀਆਂ ਨੇ, ਤੇ ਇਹਨਾਂ ਕਰਕੇ ਬਹੁਤ ਸਾਰੇ ਫਿਰ ਨੌਜਵਾਨ ਜਿਹੜੇ ਨਵੇਂ ਉੱਠੇ ਉਹ ਪੰਥਕ ਜਾਂ ਖਾਲਿਸਤਾਨੀ ਸਰਗਰਮੀ ਦਾ ਹਿੱਸਾ ਵੀ ਬਣੇ। ਇਹਨਾਂ ਨੌਜਵਾਨਾਂ ਨੇ ਉਹ ਤਸ਼ੱਦਦ ਦਾ ਦੌਰ ਜਾਂ ਉਹ ਜ਼ੁਲਮ ਜਿਹੜਾ 1978 ਤੋਂ ਲੈ ਕੇ ਜਾਂ ਖਾਸ ਤੌਰ ਤੇ 1984 ਤੋਂ 95 ਤੱਕ ਹੋਇਆ, ਬੇਅੰਤੇ ਬੁੱਚੜ ਤੱਕ, ਉਹ ਇਹਨਾਂ ਨੇ ਨਹੀਂ ਦੇਖਿਆ। ਬਹੁਤੇ ਨੌਜਵਾਨ ਜਿਹੜੇ 1990 ਚ ਜੰਮੇ ਤੇ ਜਿਨ੍ਹਾਂ ਦੀ ਉਮਰ ਅੱਜ 30-35 ਸਾਲ ਆ, ਉਹ ਬਹੁਤੇ ਉਹ ਨੇ ਜਿਨ੍ਹਾਂ ਦੀ ਉਮਰ 1995 ਵਿੱਚ 5-4 ਸਾਲ ਸੀ, ਤੇ ਉਦੋਂ ਬੱਚੇ ਨੂੰ ਕੀ ਪਤਾ ਹੋਣਾ ਸੀ ਵੀ ਇੱਥੇ ਕੀ ਹੋ ਰਿਹਾ। ਤੇ ਜਿਹੜੇ ਇਹਨਾਂ ਦੀ ਲੀਡਰਸ਼ਿਪ ਆ ਜਾਂ ਜਿਨ੍ਹਾਂ ਤੋਂ ਪ੍ਰਭਾਵਿਤ ਹੋ ਕੇ ਖਾਲਿਸਤਾਨੀ ਪੰਥਕ ਸਭਾ 'ਚ ਲੋਕ ਵਿਚਰਦੇ ਆ, ਉਹਨਾਂ ਨੂੰ ਇਸ ਗੱਲ ਦਾ ਸਦਾ ਹੀ ਡਰ ਲੱਗਿਆ ਰਹਿੰਦਾ ਹੈ ਕਿ ਸਾਡੇ ਉੱਤੇ ਇਹ ਇਲਜ਼ਾਮ ਜਾਂ ਦੋਸ਼ ਨਾ ਲੱਗ ਜੇ ਕਿ ਲਓ ਜੀ ਇਹਨਾਂ ਨੇ ਫੇਰ ਘਾਣ ਕਰਾਤਾ। ਹਾਲਾਂਕਿ ਇਹਨਾਂ ਦੇ ਹੱਥ ਵਸਤਾਂ ਕੁਝ ਹੈ ਨਹੀਂ। ਜਦੋਂ ਸਟੇਟ ਚਾਹੁੰਦੀ ਆ, ਜਿਹਨੂੰ ਚਾਹੁੰਦੀ ਆ ਜੋ ਮਰਜ਼ੀ ਕਰਕੇ ਅੰਦਰ ਪਾ ਦਿੰਦੀ। ਬੜੇ ਇੱਥੇ ਮਸਾਲੇ, ਬੜੀਆਂ ਇਹੋ ਜਿਹੀਆਂ ਮਸਾਲਾਂ ਨੇ ਸਾਡੇ ਕੋਲ। ਮੈਂ ਕਸ਼ਮੀਰ ਦੇ ਜਾਂ ਸਾਰੇ ਭਾਰਤ ਦੇ 500 ਤੋਂ ਵੱਧ ਕੇਸ ਤੁਹਾਨੂੰ ਗਿਣਾ ਸਕਦਾ ਜਿਨ੍ਹਾਂ ਦੇ ਵਿੱਚ ਬੇਦੋਸ਼ੀ ਨੌਜਵਾਨ ਨੂੰ ਫੜਿਆ। ਜਿੱਦਾਂ ਉਹਨੂੰ ਫੜਿਆ ਤੇ ਐਂ ਲੱਗਣ ਲਾਤਾ ਵੀ ਦੁਨੀਆ ਦਾ ਸਭ ਤੋਂ ਖਤਰਨਾਕ ਬੰਦਾ ਫੜ ਲਿਆ, ਤੇ ਉਹ ਜਦੋਂ ਫੜ ਕੇ ਮਸ਼ਹੂਰੀ ਟੈਲੀਵਿਜ਼ਨ ਚੈਨਲਾਂ ਤੇ ਹੋਰ ਸਾਰਾ ਤੇ ਕਰਕੇ ਉਹਨੂੰ ਜੇਲ੍ਹ ਭੇਜਤਾ। ਉਹ 10-15 ਸਾਲਾਂ ਬਾਅਦ ਜਦੋਂ ਰਿਲੀਜ਼ ਕੀਤਾ ਉਦੋਂ ਕਹਿਤਾ ਜੀ ਇਹ ਬੇਦੋਸ਼ਾ ਸੀ। ਸੋ ਇੱਥੇ ਭਾਰਤੀ ਹਕੂਮਤੀ ਤੰਤਰ ਦੇ ਵਿੱਚ ਜਿਹੜਾ ਸਿਸਟਮ ਆ, ਉਹ ਕਿਸੇ ਵੀ ਬੰਦੇ ਨੂੰ, ਮੰਨ ਲਓ ਮੈਨੂੰ ਫੜ ਲੈਣ ਤੇ ਕਹਿ ਦੇਣ ਵੀ ਇਹਦੇ ਕੋਲ ਤਾਂ ਜੀ ਅਸਲੇ ਦਾ ਟਰੱਕ ਫੜ ਲਿਆ, ਫਲਾਣ ਹੋ ਗਿਆ, ਇਹ ਹੋ ਗਿਆ, ਤੇ ਉਹ ਸਾਰਾ ਭਾਰਤੀ ਮੀਡੀਆ ਨੇ ਕੋਈ ਚੈੱਕ ਨਹੀਂ ਕਰਨਾ ਹੈਗਾ। ਉਹਨਾਂ ਨੇ ਗੋਦੀ ਮੀਡੀਆ ਨੇ ਜਾਂ ਸਾਰੇ ਆਮ ਲੋਕਾਂ ਨੇ ਮਗਰ ਲੱਗ ਕੇ ਲਾਈ ਲੱਗ ਪੁਣੇ 'ਚ ਉਸ ਭੰਡੀ ਪ੍ਰਚਾਰ ਨੂੰ, ਜੋ ਸਿਸਟਮ ਨੇ ਕਿਹਾ, ਉਹਨੂੰ ਸੱਚ ਮੰਨ ਲਿਆ। ਤੇ 10-15 ਸਾਲਾਂ ਬਾਅਦ ਜਦੋਂ ਕਹਿਣਗੇ ਵੀ ਲੈ ਵੀ ਤੈਨੂੰ ਦੋਸ਼ੀ ਨਹੀਂ ਮੰਨਿਆ ਗਿਆ, ਤੂੰ ਬਰੀ ਸਾਬਤ ਕੀਤਾ ਜਾਂਦਾ, ਤੂੰ ਚੱਲ ਘਰ ਨੂੰ, ਉਦੋਂ ਮਤਲਬ ਬੰਦਾ ਇਹੋ ਜਿਹਾ ਹੋਇਆ ਪਿਆ ਹੁੰਦਾ ਵੀ ਹੁਣ ਅੱਧੀ ਉਮਰ ਤਾਂ ਲੰਘ ਗਈ ਮੇਰੀ, ਤੁਸੀਂ ਹੁਣ ਜਿਹੜਾ ਬਾਕੀ ਦੇ ਥੋੜੇ ਸਾਲ ਰਹਿੰਦੇ ਨੇ ਉਹ ਵੀ ਮੈਨੂੰ ਚਾਹੇ ਅੰਦਰ ਹੀ ਕਢਾ ਦਿੰਦੇ। ਪਰ ਉਸ ਮੌਕੇ ਇੰਡੀਅਨ ਸਟੇਟ ਸਿਸਟਮ ਕੀ ਕਹਿ ਰਿਹਾ ਹੁੰਦਾ ਕਿ ਐ ਕਿਵੇਂ, ਅਸੀਂ ਕੋਈ ਅਤਿਆਚਾਰੀ ਜਾਂ ਕੋਈ ਜ਼ਾਲਮਾ ਹਾਕਮ ਥੋੜੀ ਆ, ਅਸੀਂ ਤਾਂ ਬਹੁਤ ਜ਼ਿਆਦਾ ਲੋਕਤੰਤਰੀ ਤੇ ਇਨਸਾਫ ਪਸੰਦ ਸਿਸਟਮ ਦੇ ਵਿੱਚ ਆ। ਜਦੋਂ ਤੇਰਾ ਕੋਈ ਦੋਸ਼ ਹੀ ਨਹੀਂ ਸਾਬਤ ਹੋਇਆ, ਹੁਣ ਇਹੋ ਜਿਹੇ ਬੜੇ ਹੀ ਬੰਦੇ ਨੇ, ਬੜੀਆਂ ਹੀ ਮਿਸਾਲਾਂ ਜਾਂ ਉਦਾਹਰਨਾਂ ਨੇ ਕਿ ਉਹ ਬੰਦੇ ਕਿਹੜੇ ਖੂਹ 'ਚ ਜਾਣ ਜਿਨ੍ਹਾਂ ਨੂੰ ਫੜ ਕੇ ਅੰਦਰ ਦੇਤਾ, 5-10 ਸਾਲ 15 ਸਾਲ ਲਵਾਤੇ ਤੇ ਮੁੜ ਕੇ ਜੀ ਕਹਿੰਦੇ ਤੁਸੀਂ ਤਾਂ ਕੀਤਾ ਨਹੀਂ। ਜਿਹਨੂੰ ਮਰਜ਼ੀ ਸਜ਼ਾ ਕੀਤੀ ਜਾ ਸਕਦੀ ਹੈ। ਔਰ ਬਹੁਤ ਹੀ ਵੱਡੇ ਮਾਮਲੇ ਨੇ ਭਾਰਤ ਵਿੱਚ ਬੇਇਨਸਾਫੀਆਂ ਦੇ, ਜ਼ੁਲਮਾਂ ਦੇ। ਇਸ ਮਾਹੌਲ ਦੇ ਵਿੱਚ ਜਿਹੜਾ ਬੰਦਾ ਇੱਥੇ ਵਿਚਰਦਾ ਹੈ, ਉਹਦੀ ਮਨੋਦਸ਼ਾ ਨੂੰ ਸਮਝੇ ਬਗੈਰ ਭਾਈ ਅਮਰਤਪਾਲ ਸਿੰਘ ਵਾਲੇ ਵਰਤਾਰੇ ਨੂੰ ਚੰਗੀ ਤਰ੍ਹਾਂ ਸਮਝਿਆ ਹੀ ਨਹੀਂ ਜਾ ਸਕਦਾ। ਇੱਥੇ ਬਹੁਤ ਸਾਰੇ ਇਹੋ ਜਿਹੇ ਨੌਜਵਾਨ ਪੰਜਾਬ ਵਿੱਚ ਜਾਂ ਪੰਜਾਬ ਤੋਂ ਬਾਹਰ ਇਸ ਭਾਵਨਾ ਨੂੰ ਨਹੀਂ ਸਮਝ ਪਾਏ, ਜਿਹੜੀਆਂ ਬਜ਼ੁਰਗ ਸਾਡੀਆਂ ਸ਼ਖਸੀਅਤਾਂ ਨੇ ਖਾਲਿਸਤਾਨੀ ਧਿਰਾਂ ਜਾਂ ਜਥੇਬੰਦੀਆਂ ਦੀਆਂ, ਕਿ ਉਹ ਜਿਹੜੇ ਖਾਲਿਸਤਾਨੀ ਆ ਪਹਿਲੋਂ ਵਾਲੇ, ਉਹ ਇਹਨਾਂ ਵਾਂਗੂ ਨਵਿਆਂ ਵਾਂਗੂ ਕਿਉਂ ਨਹੀਂ ਸੋਚ ਸਕਦੇ। ਉਹਨਾਂ ਨੂੰ ਇਉਂ ਲੱਗਦਾ ਰਹਿੰਦਾ ਵੀ ਸ਼ਾਇਦ ਅਸੀਂ ਪਹਿਲਾਂ ਹੀ ਆਪਦੇ ਭਾਈਚਾਰੇ ਦੇ ਵਿੱਚ ਸਾਨੂੰ ਬਾਰ-ਬਾਰ ਦੋਸ਼ੀਆਂ ਵਾਲੇ ਕਟਹਿਰੇ 'ਚ ਖੜਾ ਕੀਤਾ ਜਾਂਦਾ, ਜਿਹੜੇ ਬਚੇ ਖੁਚੇ ਖਾਲਿਸਤਾਨੀ ਆ, ਖਾੜਕੂ ਸੰਘਰਸ਼ ਵਾਲੇ, ਕਿ ਤੁਸੀਂ ਮਰਵਾਤਾ ਜੀ, ਤੁਸੀਂ ਬੜਾ ਘਾਣ ਕਰਾਤਾ ਜੀ। ਇਹ ਗੱਲ ਸੱਚੀ ਆ ਕਿ ਸਾਡੇ ਪੰਥਕ ਵਿਦਵਾਨ ਜਾਂ ਸਾਡੇ ਹੋਰ ਬਹੁਤ ਸਾਰੇ ਭੈਣ ਭਰਾ ਉਹਨਾਂ ਖਾਲਿਸਤਾਨੀ ਖਾੜਕੂ ਧਿਰਾਂ ਦੀ ਵਕਾਲਤ ਕਰਦੇ ਆ ਕਿ ਹਕੂਮਤ ਦਾ ਜ਼ੁਲਮ ਸੀ, ਇਹਨਾਂ ਨੂੰ ਤਾਂ ਲੜਨਾ ਹੀ ਪੈਣਾ ਸੀ। ਪਰ ਇਹ ਵੀ ਗੱਲ ਪੱਕੀ ਆ ਕਿ ਬਹੁਤ ਸਾਰੇ
ਲੋਕ ਸਾਡੇ ਹੀ ਭਾਈਚਾਰੇ ਦੇ ਦਿਨ ਰਾਤ ਇਸ ਗੱਲ 'ਚ ਲੱਗੇ ਰਹਿੰਦੇ ਨੇ ਕਿ ਜੀ ਇਹਨਾਂ ਕਰਕੇ ਬੜਾ ਨੁਕਸਾਨ ਹੋ ਗਿਆ, ਇਹਨਾਂ ਨੇ ਐ ਕਰਤਾ ਉਹ ਕਰਤਾ। ਕਈ ਕਿਤਾਬਾਂ ਇਹੋ ਜਿਹੀਆਂ ਲਿਖੀਆਂ ਜਾ ਰਹੀਆਂ ਨੇ ਜਿਨ੍ਹਾਂ ਵਿੱਚ ਸਿੱਖ ਜੁਝਾਰੂਆਂ ਨੂੰ ਇਹ ਲਿਖਿਆ ਗਿਆ। ਅੱਜ ਵੀ ਇੱਕ ਕਿਤਾਬ, ਜਗਤਾਰ ਭੁੱਲਰ ਕੋਈ ਪੱਤਰਕਾਰ ਹੈ, ਵੈਸੇ ਤਾਂ ਉਹਦੀਆਂ ਜਿੰਨੀਆਂ ਇੰਟਰਵਿਊਜ਼ ਮੈਂ ਸੁਣਦਾ ਹੁੰਦਾ ਉਹਦੇ 'ਚ ਵੀ ਉਹ ਸਿੱਖ ਜਜ਼ਬਾਤਾਂ ਦੀ ਹੇਠੀ ਕਰਨ ਵਾਲੀਆਂ ਗੱਲਾਂ ਲਿਖ ਰਿਹਾ ਹੁੰਦਾ, ਪਰ ਉਹਨੇ ਜਿਹੜੀ ਕਿਤਾਬ ਲਿਖੀ ਆ ਉਹਦੇ ਮਗਰਲੇ ਪਾਸੇ 4-5 ਲਾਈਨਾਂ ਵਿੱਚ ਕਿਤਾਬ ਦੀ ਇੰਟਰੋਡਕਸ਼ਨ ਦਿੱਤੀ। ਉਹਦੇ 'ਚ ਉਹਨੇ ਲਿਖਿਆ ਵੀ ਚਲੋ ਪੁਲਿਸ ਬਾਰੇ ਤਾਂ ਲਿਖਿਆ ਉਹਨੇ ਵੀ ਉਹ ਦੇਸ਼ ਦੇ ਰਾਖੇ ਸੀਗੇ ਜੀ, ਦੂਜੇ ਪਾਸੇ ਲਿਖਿਆ ਵੀ ਜਿਹੜੇ ਆਪਣੇ ਆਪ ਨੂੰ ਧਰਮ ਦੇ ਰਾਖੇ ਸਮਝਦੇ ਸੀ, ਮਤਲਬ ਹੈ ਨਹੀਂ ਸੀਗੇ ਉਹ ਸਿੱਖ ਜੁਝਾਰੂ। ਦੂਜਾ ਉਹਨੇ ਲਿਖਿਆ ਵੀ ਬੇਲੋੜੀ ਜੰਗ ਛੇੜ ਕੇ ਬਹਿ ਗਏ, ਜਿਵੇਂ ਵੀ ਸਿੱਖ ਕਹਿੰਦੇ ਕਾਮਲੇ ਰਹਿ ਗਏ ਵੀ ਲੋੜ ਨਾਲ ਤਾਂ ਹੈ ਨਹੀਂ ਸੀਗੀ, ਐਵੇਂ ਹੀ ਲੜਨ ਲੱਗ ਪਏ। ਦਰਬਾਰ ਸਾਹਿਬ ਤੇ ਹਮਲਾ ਹੋ ਜੇ, ਸਿੱਖਾਂ ਦੀ ਨਵੰਬਰ 84 ਚ ਐਡੀ ਭਾਰੀ ਨਸਲਕੁਸ਼ੀ ਹੋ ਜੇ ਤੇ ਸਿੱਖਾਂ ਦੇ ਕੁਝ ਨੌਜਵਾਨ, ਸਾਰੀ ਕੌਮ ਤਾਂ ਲੜੀ ਨਹੀਂ, ਥੋੜੇ ਜਿਹੇ ਨੌਜਵਾਨ ਜਿਹੜਾ ਕੁੱਲ ਮਿਲਾ ਕੇ, ਜਾਣੀ ਕਿ ਮੈਂ ਕਈ ਵਾਰ ਇਹ ਗੱਲ ਦੱਸਦਾ ਹੁੰਦਾ, 5000 ਦੇ ਲਾਗੇ ਚਾਗੇ ਇਹੋ ਜਿਹਾ ਸੂਰਮਾ ਆ ਜਿਹਨੇ ਹਥਿਆਰ ਚੱਕ ਕੇ ਆਪਦੀ ਮਰਜ਼ੀ ਨਾਲ ਲੜਾਈ ਲੜੀ ਆ, ਜਿਹਨੂੰ ਕਾਬੂ ਕਰਨ ਦੇ ਨਾਮ ਹੇਠ ਸਾਡਾ ਐਡਾ ਵੱਡਾ ਘਾਣ ਹੋਇਆ। ਸਰਕਾਰ 25,000 ਦਾ ਅੰਕੜਾ ਦਿੰਦੀ ਆ, ਕਦੇ 21,000 ਕਹਿ ਦਿੰਦੇ ਆ, ਕਦੇ ਆਪਾਂ ਸਾਰੇ ਕਦੇ 1.5 ਲੱਖ ਕਹਿੰਦੇ ਆ, ਕਦੇ ਕੋਈ ਲੱਖ ਕਹਿ ਦਿੰਦਾ। ਪਰ ਜੋ ਵੀ ਸਾਡੀ ਕੌਮ ਦਾ ਕਤਲੇਆਮ ਹੋਇਆ, ਜੋ ਸਾਡੀ ਨਸਲਕੁਸ਼ੀ ਹੋਈ, ਉਹਨੂੰ ਜਸਟੀਫਾਈ ਕਰਨ ਲਈ ਸਟੇਟ ਕਹਿੰਦੀ ਆ ਕਿ ਜੀ ਹਥਿਆਰਬੰਦ ਜਿਹੜੇ ਪਾਕਿਸਤਾਨ ਦੇ ISI ਦੇ ਭੜਕਾਏ ਹੋਏ ਸੀਗੇ ਜੀ, ਇਹਨਾਂ ਨੂੰ ਫਿਰ ਅਸੀਂ ਕਿਵੇਂ ਕਾਬੂ ਕਰਦੇ। ਤੋ ਇਹ ਜਿਹੜੀ ਗੱਲ ਉਹ ਕਹਿੰਦੇ ਆ, ਉਹਦੇ ਵਿੱਚ ਅਸੀਂ ਕੀ ਕਰ ਰਹੇ ਸੀ? ਅਸੀਂ ਆਪਦੇ ਬਚਾਅ ਦੀ ਲੜਾਈ ਲੜ ਰਹੇ ਸੀ, ਸਿੱਖ ਹੋਂਦ ਹਸਤੀ ਦੀ ਲੜਾਈ। ਜਦੋਂ ਬੰਦੇ ਇੱਥੋਂ ਭੱਜੇ ਆ 1984 ਚ, ਉਦੋਂ ਤਾਂ ਸਾਰੇ ਪਿੰਡਾਂ 'ਚ ਇਹੀ ਗੱਲ ਉੱਡ ਗਈ ਸੀ ਨਾ ਕਿ 15 ਤੋਂ ਲੈ ਕੇ 35 ਸਾਲ ਤੱਕ ਦਾ ਕੋਈ ਛੱਡਣਾ ਨਹੀਂ ਚਾਹੁੰਦਾ, ਤੋ ਬਚ ਲੋ, ਭੱਜ ਲੋ ਇੱਥੋਂ। ਅਗਲੇ ਬਾਰਡਰ ਪਾਰ ਕਰ ਗਏ, ਉੱਥੇ ਕਿਹੜਾ ਉਹਨਾਂ ਨੂੰ ਕਿਸੇ ਨੇ ਖੰਡ ਪ੍ਰੀਹੀ ਆ, ਗਾਹਾਂ ਉੱਥੇ ਵੀ ਫੜ ਕੇ ਉਹਨਾਂ ਨੂੰ ਬਾਰਡਰ ਕ੍ਰੋਸਿੰਗ ਦੇ ਪਰਚੇ ਪਾ ਕੇ ਜੇਲ੍ਹ ਯਾਤਰਾ ਕਰਾਈ ਆ, ਲਖਪਤ ਜੇਲ੍ਹ ਆ, ਉੱਥੇ ਸਾਰੇ ਬੰਦ ਕਰਤੇ। ਉਹ ਤਾਂ ਬਾਅਦ ਦੀਆਂ ਗੱਲਾਂ ਨੇ ਵੀ ਕਿਵੇਂ ਆਪਦਾ ਮਾੜਾ ਮੋਟਾ ਜਗਾੜਮੈਂਟ ਕਰਕੇ ਸਿੱਖ ਨੌਜਵਾਨਾਂ ਨੇ ਕੋਈ ਹੀਲਾ ਵਸੀਲਾ ਕੀਤਾ। ਤੇ ਇੱਕ ਪਾਸੇ ਭਾਰਤੀ ਹਕੂਮਤੀ ਤੰਤਰ ਜਿਹੜਾ ਉਹਨਾਂ ਸਾਰੇ ਕਾਤਲਾਂ ਦੀ ਪੁਸ਼ਤ ਪਨਾਹੀ ਲਈ ਡਟ ਗਿਆ। ਜਿਵੇਂ ਹੁਣ ਵਾ ਨਾ ਜਿਹੜੇ ਆ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਜਿੰਨੇ ਵੀ ਬੰਦੇ ਆ, ਸਾਰਿਆਂ ਦੀ ਪੁਸ਼ਤ ਪਨਾਹੀ ਸਟੇਟ ਸਿਸਟਮ ਕਰਦਾ, ਕਿਸੇ ਨੂੰ ਵੀ ਕੋਈ ਸਜ਼ਾ ਨਹੀਂ ਹੋਣ ਦਿੱਤੀ ਜਾਂਦੀ। ਕਹਿੰਦੇ ਜੀ ਪਾਗਲ ਆ। ਪਿਛਲੇ 3-4 ਦਿਨਾਂ ਦੇ ਵਿੱਚ ਹੀ ਕੁਝ ਬੰਦੇ ਫੜੇ ਆ, ਕੱਲ ਇੱਕ ਸਰਸੇ ਕੋਲੇ ਹੋਈ ਆ ਗੱਲ ਇਹ ਜੀ, ਉਹ ਕਹਿੰਦੇ ਜੀ ਇਹ ਤਾਂ ਮੈਂਟਲੀ ਤੌਰ ਤੇ ਠੀਕ ਨਹੀਂ। ਸੋ ਸਾਰਿਆਂ ਨੂੰ ਬਚਾਉਣ ਲਈ ਕੋਈ ਨਾ ਕੋਈ ਰਾਹ। ਉਵੇਂ ਹੀ ਨਵੰਬਰ 1984 ਦੇ ਵਿੱਚ ਬੇਦੋਸ਼ੇ ਸਿੱਖਾਂ ਦੇ ਭਾਰਤ ਭਰ ਦੇ ਵਿੱਚ ਹੋਏ ਕਤਲੇਆਮ ਦੇ ਦੋਸ਼ੀਆਂ ਨੂੰ ਬਚਾਉਣ ਲਈ ਹਕੂਮਤ ਪੂਰੀ ਡਟੀ ਹੋਈ ਸੀ। ਤੇ ਪੰਜਾਬ ਦੇ ਵਿੱਚ ਬੁੱਚੜ ਪੁਲਸੀਆਂ ਨੇ ਰਵੈਰੋ ਦੀ ਕਮਾਂਡ ਹੇਠ ਬਰਨਾਲੇ ਦੇ ਰਾਜ ਵਿੱਚ ਸਿੱਖ ਨੌਜਵਾਨਾਂ ਦੇ ਉੱਤੇ ਜ਼ੁਲਮ ਕਰਨਾ ਸ਼ੁਰੂ ਕੀਤਾ ਹੋਇਆ ਸੀ। ਇਸ ਮਾਹੌਲ ਦੇ ਵਿੱਚ ਜਿਹੜੇ ਨੌਜਵਾਨ ਸ਼ੁਰੂਆਤੀ ਦੌਰ ਵਿੱਚ 84, 85, 86 ਵਿੱਚ ਘਰਾਂ ਚੋਂ ਨਿਕਲੇ, ਉਹਨਾਂ ਸਾਰਿਆਂ ਨੂੰ ਜੇ ਕੋਈ ਹੁਣ ਉੱਠ ਕੇ ਕਵੇ ਵੀ ਬੇਲੋੜੀ ਜੰਗ ਛੇੜ ਲਈ, ਉਹਨਾਂ ਕੋਲੇ ਰਾਹ ਕਿਹੜਾ ਛੱਡਿਆ ਸੀ? ਉਹਨਾਂ ਦਿਨਾਂ ਦੇ ਵਿੱਚ ਜਿਨ੍ਹਾਂ ਚੀਜ਼ਾਂ ਦੀ ਲੋੜ ਸੀ ਉਹ ਕੀਤੀਆਂ। ਖਾਸ ਤੌਰ ਤੇ ਇੰਦਰਾ ਅਤੇ ਵੈਦਿਆ ਸਮੇਤ ਹੋਰ ਕੁਝ ਇਹੋ ਜਿਹੇ ਐਕਸ਼ਨ ਆ ਜਿਹੜੇ ਸਾਡੇ ਸਿੱਖ ਇਤਿਹਾਸ ਦਾ ਮਾਣ ਆ। ਪਰ ਕਿਉਂਕਿ ਹੁਣ ਭਾਰਤ ਮਾਤਾ ਕੀ ਜੈ ਵਾਲਾ ਜਿਹਨਾਂ ਨੂੰ ਬੁਖਾਰ ਚੜਿਆ ਹੋਇਆ, ਉਹਨਾਂ ਨੂੰ ਲੱਗਦਾ ਕਿ ਸਿੱਖ ਤਾਂ ਕਮਲੇ ਨੇ, ਸਿੱਖਾਂ ਨੇ ਤਾਂ ਬਿਨਾਂ ਕਿਸੇ ਗੱਲ ਤੋਂ ਜੰਗ ਛੇੜਤੀ। ਤੇ ਸਿੱਖ ਕੰਧ ਨਾਲ ਢੱਕ ਕੇ ਤੁਸੀਂ ਲਾ ਦੇਵੋ, ਸਿੱਖਾਂ ਕੋਲੇ ਕੋਈ ਹੀਲਾ ਵਸੀਲਾ ਨਾ ਰਵੇ। ਤੇ ਜਿਹੜੀ ਗੱਲ ਦਸ਼ਮੇਸ਼ ਪਾਤਸ਼ਾਹ ਨੇ ਫਰਮਾਈ ਹੈ, ਵਚਨ ਕੀਤਾ ਕਿ ਜਦੋਂ ਸਾਰਿਆਂ ਹੀਲਿਆਂ ਤੋਂ ਗੱਲ ਲੰਘ ਜਾਵੇ ਉਦੋਂ ਤਲਵਾਰ ਚੱਕਣੀ ਜਾਇਜ਼ ਆ। ਤੇ ਸਿੱਖਾਂ ਦੇ ਇੱਕ ਨਿੱਕੇ ਜਿਹੇ ਹਿੱਸੇ ਨੇ ਸੀਸ ਤਲੀ ਤੇ ਧਰ ਕੇ ਉਹ ਜੰਗ ਲੜੀ। ਉਸ ਜੰਗ ਨੂੰ, ਉਸ ਲੜਾਈ ਨੂੰ ਦੋ ਪੱਖਾਂ ਤੋਂ ਵਾਚਣ ਦੀ ਲੋੜ ਹੈ। ਇੱਕ ਤਾਂ ਇੱਕ ਅੱਖ ਤੋਂ, ਇੱਕ ਨਜ਼ਰੀਏ ਤੋਂ, ਇੱਕ ਪੱਖ ਤੋਂ ਲੋਕ ਕਹਿ ਸਕਦੇ ਆ ਵੀ ਇਹ ਖਾਲਿਸਤਾਨ ਲਈ ਲੜਦੇ ਸੀ, ਪਰ ਦੂਜਾ ਪੱਖ ਹੈਗਾ ਵੀ ਨਹੀਂ, ਇਹ ਤਾਂ ਆਪਦੀ ਕੌਮ ਦੇ, ਆਪਦੇ ਹਿੱਤਾਂ ਦੀ, ਆਪਦੇ ਜਜ਼ਬਾਤਾਂ ਦੀ ਰਾਖੀ ਲਈ ਲੜਦੇ ਸੀ। ਗੱਲ ਜਿੱਧਰੋਂ ਮਰਜ਼ੀ ਕਰ ਲਓ, ਪਰ ਅਸਲ ਵਿੱਚ ਸਿੱਖ ਕੌਮ ਨੇ ਆਪਣੀ ਹੋਂਦ ਹਸਤੀ ਦਾ
ਬਚਾਅ ਕਰਨ ਦਾ ਰਾਹ ਜਿਹੜਾ ਸੀਗਾ ਉਹ ਲੱਭਿਆ। ਉਹ ਲੜਾਈ ਅਸੀਂ ਆਪਦੇ ਲਈ ਲੜੀ ਆ, ਜਿਹਦੇ ਬਾਰੇ ਦੁਨੀਆ ਭਰ ਦੇ ਵਿੱਚ ਲੋਕ ਕਹਿੰਦੇ ਆ ਕਿ ਭਾਰਤ ਵਿੱਚ ਸਿੱਖਾਂ ਦਾ ਮਨੁੱਖੀ ਹੱਕਾਂ ਦਾ ਘਾਣ ਹੋਇਆ। ਤੇ ਇਸ 1978 ਤੋਂ ਲੈ ਕੇ 95 ਤੱਕ ਆ ਹੋਇਆ ਉਹ ਹੋਇਆ, ਉਹ ਸਾਰਾ ਕੇਸ ਬਣਾ ਕੇ ਜਿਹੜਾ ਕੈਪਟਨ ਹੈਗਾ ਅਮਰਿੰਦਰ ਸਿੰਘੇ ਦੇ ਮਾਮੇ ਹੁਣਾਂ ਨੇ ਇੱਕ ਯੂਐਨਓ ਨੂੰ ਰਿਪੋਰਟ ਭੇਜੀ ਸੀ, ਜਿਹੜੇ ਮਨੁੱਖੀ ਹੱਕਾਂ ਦਾ ਚਾਰਟਰ ਵਾ ਉਹਦੇ ਤਹਿਤ। ਉਸ ਰਿਪੋਰਟ ਨੂੰ ਬਾਅਦ ਵਿੱਚ ਇੰਗਲਿਸ਼ ਅਤੇ ਪੰਜਾਬੀ ਵਿੱਚ ਕਿਤਾਬੀ ਰੂਪ ਵਿੱਚ ਹੀ ਛਾਪਿਆ ਗਿਆ ਹੈ। ਉਹਦਾ ਨਾਮ ਸੀਗਾ ਪੋਲੀਟਿਕਸ ਆਫ ਜੈਨੋਸਾਈਡ, ਕੌਮ ਦੀ ਕਿਸੇ ਦੀ ਨਸਲਖੁਸ਼ੀ ਕਰਨ ਦੀ ਰਾਜਨੀਤੀ। ਸੋ ਕੌਮ ਘਾਤ ਦੀ ਰਾਜਨੀਤੀ ਜਿਹੜੀ ਕਿਤਾਬ ਆ, ਜਾਂ ਪੋਲੀਟਿਕਸ ਆਫ ਜੈਨੋਸਾਈਡ ਇੰਗਲਿਸ਼ ਵਿੱਚ ਆ, ਜਦੋਂ ਉਹ ਪੜ੍ਹਦੇ ਆ ਤਾਂ ਪਤਾ ਲੱਗਦਾ ਕਿ ਅਸਲ ਵਿੱਚ ਇਹ ਸਾਰੀ ਜਿਹੜੀ ਲੜਾਈ ਆ ਇਹਨੂੰ ਜਿਹੜੇ ਅੰਤਰਰਾਸ਼ਟਰੀ ਪਲੇਟਫਾਰਮ ਨੇ ਜਦੋਂ ਉੱਥੇ ਪੇਸ਼ ਕਰਨਾ ਹੋਵੇ ਤਾਂ ਉੱਥੇ ਖਾਲਿਸਤਾਨ ਦੇ ਸੰਘਰਸ਼ ਦੇ ਰੂਪ ਦੇ ਵਿੱਚ ਕਹਿਣ ਦੇ ਨਾਲ ਨਾਲ ਇਹਨੂੰ ਮਨੁੱਖੀ ਹੱਕਾਂ ਦਾ ਘਾਣ ਜਿਹੜਾ ਹੈ ਉਹ ਬਣਾ ਕੇ ਪੇਸ਼ ਕਰਨ ਦੇ ਵਿੱਚ ਜ਼ਿਆਦਾ ਚੰਗੇ ਨਤੀਜੇ ਨਿਕਲਦੇ ਆ। ਸੋ ਦੁਨੀਆ ਭਰ ਦੇ ਦੂਜਿਆਂ ਕੌਮਾਂ, ਧਰਮਾਂ, ਨਸਲਾਂ ਦੇ ਮੁਲਕਾਂ ਦੇ ਲੋਕਾਂ ਨੂੰ ਇਹ ਦਿਖਾਉਣਾ ਕਿ ਆ ਦੇਖੋ ਜੀ ਸਾਡਾ ਹੋਇਆ ਇੱਥੇ ਘਾਣ, ਸਾਡੀ ਹੋਈ ਆ ਨਸਲਕੁਸ਼ੀ, ਸਾਡਾ ਇੱਥੇ ਕੋਈ ਬਚਾਅ ਦਾ ਰਾਹ ਨਹੀਂ, ਇਸ ਕਰਕੇ ਅਸੀਂ ਖਾਲਿਸਤਾਨ ਚਾਹੁੰਦੇ ਹਾਂ, ਜਿਹੜਾ ਫਿਰ ਯੂਐਨਓ ਦੇ ਬੁਤਰਸ ਘਾਲੀ ਨੂੰ ਉਦੋਂ ਦਿੱਤਾ ਮੈਮੋਰੰਡਮ, ਉਹਦੇ ਤਹਿਤ। ਇਸ ਤੋਂ ਬਾਅਦ ਵਿੱਚ ਜਿਵੇਂ ਅੱਜ ਉਹ ਦਿਨ ਹੈ ਜਦੋਂ 1994 ਦੇ ਵਿੱਚ ਸਿੱਖ ਆਗੂਆਂ ਨੇ ਇਕੱਠੇ ਹੋ ਕੇ ਅੰਮ੍ਰਿਤਸਰ ਐਲਾਨਨਾਮਾ ਕੀਤਾ ਸੀ। ਅੰਮ੍ਰਿਤਸਰ ਐਲਾਨਨਾਮਾ ਇਹ ਗੱਲ ਕਹਿੰਦਾ ਸੀ ਕਿ ਠੀਕ ਆ, ਅਸੀਂ ਇੱਕ ਟਾਈਮ ਦੇ ਉੱਤੇ ਅਨੰਦਪੁਰ ਦਾ ਮਤਾ ਮੰਗਦੇ ਸੀ, ਭਾਰਤ ਨੂੰ ਫੈਡਰਲ ਢਾਂਚੇ ਦੇ ਵਿੱਚ ਘੜਨ ਦੀ ਗੱਲ ਕਰਦੇ ਸੀ, ਧਰਮ ਯੁੱਧ ਮੋਰਚਾ ਲਾਇਆ ਸੀ, ਜਿਹਨੂੰ ਇਹਨਾਂ ਨੇ ਜਦੋਂ ਕੋਈ ਰਾਹ ਨਹੀਂ ਦਿਖਿਆ ਤਾਂ ਦਰਬਾਰ ਸਾਹਿਬ ਤੇ ਹਮਲਾ ਕਰ ਦਿੱਤਾ ਤੇ ਨਾਲੇ ਸਾਨੂੰ ਫਿਰ ਖਾਲਿਸਤਾਨ ਦੇ ਰਾਹ ਤੋੜ ਦਿੱਤਾ, ਕਿਉਂਕਿ ਸੰਤ ਜਰਨੈਲ ਸਿੰਘ ਜੀ ਕਹਿੰਦੇ ਹੁੰਦੇ ਸੀ ਵੀ ਜੇ ਦਰਬਾਰ ਸਾਹਿਬ ਤੇ ਹਮਲਾ ਹੋ ਗਿਆ ਫਿਰ ਖਾਲਿਸਤਾਨ ਦੀ ਨੀਂਹ ਰੱਖੀ ਜਾਊਗੀ। ਪਰ 1994 ਦੇ ਵਿੱਚ ਆ ਕੇ ਅੰਮ੍ਰਿਤਸਰ ਐਲਾਨਨਾਮੇ ਦੇ ਵਿੱਚ ਇਹ ਗੱਲ ਆਖੀ ਗਈ ਕਿ ਫੈਡਰਲ ਢਾਂਚਾ ਜਿਹੜਾ ਹੈਗਾ ਸਾਰੇ ਮੁਲਕ ਦਾ ਉਹ ਸਿਰਜਿਆ ਜਾਵੇ, ਕਿਉਂਕਿ ਇੱਥੇ ਅੱਡ-ਅੱਡ ਬੋਲੀਆਂ, ਧਰਮਾਂ ਤੇ ਸੱਭਿਆਚਾਰਾਂ ਦੇ ਲੋਕ ਵਸਦੇ ਆ। ਤੋ ਇਹ ਇੱਕ ਜਿਵੇਂ ਯੂਨਾਈਟਿਡ ਸਟੇਟਸ ਆਫ ਇੰਡੀਆ ਵਾਂਗੂ ਬਣਾਇਆ ਜਾਵੇ, ਤੇ ਜੇਕਰ ਇਸ ਪਾਸੇ ਨੂੰ ਇੰਡੀਅਨ ਸਟੇਟ ਸਿਸਟਮ ਨਾ ਵਧਿਆ, ਕਨਫੈਡਰੇਸ਼ਨ ਨਾ ਬਣਾਉਣ ਵਾਲੇ ਪਾਸੇ ਆਏ, ਫਿਰ ਸਾਡੇ ਕੋਲੇ ਖਾਲਿਸਤਾਨ ਦੇ ਵੱਲ ਜਾਣ ਤੋਂ ਬਗੈਰ ਕੋਈ ਰਾਹ ਨਹੀਂ। ਸੋ ਜਿਹੜੀ ਖਾਲਿਸਤਾਨ ਦੀ ਜੰਗ ਜਾਂ ਖਾੜਕੂ ਵਿਚਾਰਧਾਰਾ ਵਾਲਿਆਂ ਨੇ ਜੋ ਲੜਾਈ ਲੜੀ, ਉਹਦੇ ਵਿੱਚ ਫਿਰ ਇਹ ਅਕਾਲੀ ਲੀਡਰ ਵੀ ਜਿਹੜੇ ਨੇ ਉਹ ਸ਼ਾਮਲ ਹੋ ਗਏ, ਕਿਉਂਕਿ ਸਟੇਟ ਸਿਸਟਮ ਨੇ ਕਨਫੈਡਰੇਸ਼ਨ ਦੀ ਗੱਲ ਮੰਨੀ ਨਹੀਂ। ਫਿਰ ਉਸ ਤੋਂ ਬਾਅਦ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਜਿਹੜਾ ਮਾਨ ਸਾਹਿਬ ਦੀ ਅਗਵਾਈ ਵਾਲਾ, ਜਿਹਦੇ ਤੋਂ ਬਾਕੀ ਲੀਡਰ ਭਾਵੇਂ ਨਿਕਲ ਗਏ, ਭੱਜ ਗਏ, ਪਰ ਉਹ ਖਾਲਿਸਤਾਨ ਦੀ ਗੱਲ ਜਿਹੜੀ ਸੀ ਅੱਗੇ ਕਰਨ ਲਈ ਉਹਨੇ ਆਪਦਾ ਰਾਹ ਚੁਣ ਲਿਆ। ਸੋ ਹੁਣ ਕੌਮ ਜਿਹੜੀ ਆ ਉਹ ਜਦੋਂ ਖਾਲਿਸਤਾਨ ਦੇ ਰਾਹ ਪਈ ਹੋਈ ਆ ਤਾਂ ਉਸ ਪਾਸੇ ਜਿਹੜੀ ਆਪਾਂ 1994 ਵਾਲੀ ਗੱਲ ਕਰਦੇ ਆ, ਉਹਦੇ ਬਾਰੇ ਇੱਕ ਗੱਲ ਇੱਥੇ ਕਰਕੇ ਫਿਰ ਆਪਾਂ ਆਪਦੇ ਮੇਨ ਨੁਕਤੇ ਤੇ ਆਉਂਦੇ ਆ ਕਿ ਜਿਹੜੀ 1994 ਚ ਅੰਮ੍ਰਿਤਸਰ ਐਲਾਨਨਾਮੇ ਵਿੱਚ ਗੱਲ ਕਹੀ ਗਈ ਸੀ ਕਿ ਅੱਡ-ਅੱਡ ਬੋਲੀਆਂ, ਧਰਮਾਂ ਤੇ ਸੱਭਿਆਚਾਰਾਂ ਦਾ ਇਹ ਸਾਂਝਾ ਇੱਕ ਸਮੂਹ ਆ, ਇਹਦੇ ਬਿਲਕੁਲ ਉਲਟ ਦਿੱਲੀ ਨੇ, ਭਾਰਤੀ ਹਿੰਦੂਤਵੀ ਤਾਕਤਾਂ ਨੇ ਏਜੰਡਾ ਲੈ ਆਉਂਦਾ ਹੋਇਆ ਕਿ ਅਸੀਂ ਸਾਰੀਆਂ ਬੋਲੀਆਂ, ਧਰਮਾਂ ਤੇ ਸੱਭਿਆਚਾਰਾਂ ਨੂੰ ਖਤਮ ਕਰਕੇ ਇੱਥੇ ਸਾਰਿਆਂ ਦਾ ਇੱਕ ਰੂਪ ਬਣਾਵਾਂਗੇ, ਜਿਹਨੂੰ ਹਿੰਦੂ ਰਾਸ਼ਟਰ ਕਹਾਂਗੇ। ਸੋ ਹਿੰਦੂ ਰਾਸ਼ਟਰ ਦੇ ਨਾਂ ਹੇਠ ਜੋ ਕੁਝ ਇਹਨਾਂ ਦਿਨਾਂ ਦੇ ਵਿੱਚ ਕੀਤਾ ਕਤਰਿਆ ਜਾ ਰਿਹਾ, ਉਹਦੇ ਤਹਿਤ ਇਸ ਵੇਲੇ ਕੋਈ ਹੋਰ ਸਰਗਰਮੀ ਜਿਹੜੀ ਆ ਜਿਸ ਤਰ੍ਹਾਂ ਦੀ ਸਾਨੂੰ ਚਾਹੀਦੀ ਸੀ ਉਹ ਨਹੀਂ ਸੀ ਹੋ ਰਹੀ। ਭਾਈ ਅਮਰਤਪਾਲ ਸਿੰਘ ਦੇ ਵਰਤਾਰੇ ਨੇ ਉਸ ਘਾਟ ਨੂੰ ਪੂਰਾ ਕਰਨ ਦੇ ਵੱਲ ਕਦਮ ਵਧਾ ਦਿੱਤੇ ਸੀ। ਸੋ ਸਟੇਟ ਜਦੋਂ ਆਪਾਂ ਕਹਿੰਦੇ ਆ ਕਿ ਦੱਸਦਾ ਦਿਓ ਉਹਦਾ ਗੁਨਾਹ ਕੀ ਆ, ਕਿਹੜਾ ਤੁਸੀਂ ਅਸਲਾ ਫੜ ਲਿਆ, ਕਿਹੜੀ ਵਾਰਦਾਤ ਕੀਤੀ ਆ, ਤਾਂ ਸਟੇਟ ਜਿਹੜੀ ਆ ਉਹ ਇਸ ਗੱਲ ਨੂੰ ਜਾਣਦੀ ਆ ਕਿ ਬਗੈਰ ਜਿਹੜੀਆਂ ਵਾਰਦਾਤਾਂ ਜਾਂ ਅਸਲੇ ਤੋਂ ਵੀ ਜੋ ਕੁਝ ਇਹ ਵਰਤਾਰਾ ਕਰਨ ਜਾ ਰਿਹਾ ਸੀ, ਅਜੇ ਸ਼ੁਰੂਆਤੀ ਦੌਰ ਵਿੱਚ ਹੀ ਸੀ, ਜਿਸ ਤਰੀਕੇ ਨਾਲ ਲੋਕ ਮਨਾਂ ਨੂੰ ਇਹਦੀ ਬੋਲਬਾਣੀ, ਇਹਦਾ ਸਾਰਾ ਕੁਝ ਪਸੰਦ ਆ ਰਿਹਾ ਸੀ, ਇਹ ਚੀਜ਼ ਸਿੱਖ ਕੌਮ ਦੇ ਅੰਦਰ ਉਸ ਏਜੰਡੇ ਦੇ, ਜਿਹੜੀ ਭਾਰਤੀ ਹਕੂਮਤ ਦਾ ਇਸ ਵੇਲੇ ਏਜੰਡਾ ਹਿੰਦੂਤਵਾ ਦਾ, ਹਿੰਦੂ ਰਾਸ਼ਟਰ ਦਾ, ਉਹਦੇ ਬਿਲਕੁਲ ਉਲਟ ਮਾਹੌਲ ਸਿਰਜਦੀ ਆ, ਵਰਤਾਂਤ ਖੜਾ ਕਰਦੀ ਆ। ਭਾਰਤੀ ਵਰਤਾਂਤ ਦੇ ਗਿੱਟੇ ਗੋਡੇ ਭੰਨੇ ਜਾ ਰਹੇ ਸੀ ਤੇ ਇੰਡੀਅਨ ਸਟੇਟ ਸਿਸਟਮ ਨੂੰ ਕੋਈ ਗੱਲ ਨਹੀਂ ਸੀ ਆਉਂਦੀ। ਉਹਦੇ ਜਿੰਨੇ ਵੀ ਟੀਵੀ ਚੈਨਲਾਂ ਵਾਲੇ ਜਾਂ ਹੋਰ ਏਜੰਡੇ ਕਰਿੰਦੇ ਇੱਥੇ ਆਏ, ਉਹਨਾਂ ਸਾਰਿਆਂ ਨੂੰ ਗੱਲ ਨਹੀਂ ਆਈ ਤੇ ਉਹਨਾਂ ਨੂੰ ਸਾਫ਼ ਦਿਖਦਾ ਸੀਗਾ ਕਿ ਇਹ ਬੰਦਾ ਜਿਹੜਾ ਹੈ ਇਹਦੇ ਵਿੱਚੋਂ ਤੱਤਵ
बेशक बहुत सारे पक्ष ਉਹਦੇ ਨਿਵੇਕਲੇ ਨਵੇਂ ਸੀ ਤੇ ਸਾਨੂੰ ਬਹੁਤ ਸਾਰੀਆਂ ਗੱਲਾਂ ਦੇ ਉੱਤੋਂ ਕਈ ਥਾਵਾਂ ਤੇ ਉੱਤੇ ਲੱਗਦਾ ਹੁੰਦਾ ਸੀ ਵੀ ਇਹ ਥੋੜਾ ਜਿਹਾ ਗੱਲ ਨਾਲ ਸਹਿਮਤ ਨਹੀਂ ਹੋਇਆ ਜਾ ਸਕਦਾ। ਪਰ ਇੱਕ ਗੱਲ ਉਹਦੀ ਬੋਲਚਾਲ, ਉਹਦੇ ਲਹਿਜੇ ਵਿੱਚ ਜਾਂ ਉਹਦੇ ਸਾਰੇ ਅੰਦਾਜ਼ ਵਿੱਚ ਇੰਡੀਅਨ ਸਟੇਟ ਸਿਸਟਮ ਨੂੰ ਬੜਾ ਕੁਝ ਦਿਖਦਾ ਸੀ ਕਿ ਜੇ ਇਹਨੂੰ ਮੌਕਾ ਮਿਲ ਗਿਆ ਤਾਂ ਇਹ ਕੰਮ ਖਰਾਬ ਹੋ ਜਾਊ। ਜਿਵੇਂ ਬਹੁਤ ਸਾਰੇ ਵਿਦਵਾਨ ਕਹਿੰਦੇ ਨੇ ਕਿ ਸੰਤ ਭਿੰਡਰਾਂ ਵਾਲਿਆਂ ਨੂੰ ਟਾਈਮ ਘੱਟ ਮਿਲਿਆ 1982 ਤੋਂ 84 ਤੱਕ ਦਾ। ਜੇ ਕਿਤੇ ਉਹਨਾਂ ਨੂੰ ਵਕਤ ਹੋਰ ਮਿਲ ਜਾਂਦਾ ਤਾਂ ਜਿਹੜੇ ਕੌਮ ਦੀ ਲੜਾਈ ਲੜਨ ਵਾਲੇ ਯੋਧੇ ਆ ਜਾਂ ਕੌਮ ਦਾ ਪੱਖ ਰੱਖਣ ਵਾਲਾ ਕੰਮ ਆ ਉਹ ਜ਼ਿਆਦਾ ਮਜ਼ਬੂਤ ਹੁੰਦਾ। ਤੇ ਇਹੀ ਗੱਲ ਹੁਣ ਹੋਈ ਆ। ਸਟੇਟ ਕਿਸੇ ਨੂੰ ਵੀ ਖੰਘਣ ਥੋੜੀ ਦਊਗੀ। ਸਟੇਟ ਦੇ ਲਈ ਅਸੀਂ ਘੜੇ ਦੀ ਮੱਛੀ ਵਾਂਗ, ਉਹ ਘੜੇ ਦੀ ਮੱਛੀ ਵਾਂਗ ਹੋਣ ਕਰਕੇ ਉਹ ਜਦੋਂ ਸਾਨੂੰ ਮਰਜ਼ੀ ਇੱਥੇ ਫੜ ਕੇ ਅੰਦਰ ਕਰ ਸਕਦੇ ਆ, ਮਰਜ਼ੀ ਦੇ ਮੁਕੱਦਮੇ ਬਣਾ ਸਕਦੇ ਆ। ਕੋਈ ਉਹਨਾਂ ਕੋਲੇ ਘਾਟ ਨਹੀਂ ਹੈਗੀ। ਉਹਨਾਂ ਕੋਲੇ ਬੜੇ ਇਹੋ ਜਿਹੇ ਏਜੰਟ ਬੰਦੇ ਨੇ ਜਿਹੜੇ ਆਪ ਆ ਕੇ ਕਹਿ ਸਕਦੇ ਆ। ਉਹ ਪਤਾ ਵੀ ਨਹੀਂ ਲੱਗਦਾ ਹੁੰਦਾ ਮੇਰੇ ਵਰਗੇ ਨੂੰ ਕਿ ਜਿਹਦੇ ਨਾਲ ਮੈਂ ਇੰਨਾ ਮੋਹ ਮੁਹੱਬਤ ਰੱਖਦਾ ਇਹਨੂੰ ਕਿਹਨੇ ਭੇਜਿਆ। ਤੇ ਉਹ ਬੰਦੇ ਨੇ ਕੋਈ ਪੁੱਠੀ ਸਿੱਧੀ ਗੱਲ ਕਰਕੇ ਬਾਅਦ ਚ ਉਹਦਾ ਬਣ ਜਾਂਦਾ ਕਿ ਹਾਂਜੀ ਇਹਨਾਂ ਨੇ ਯੋਜਨਾ ਪਲੈਨਿੰਗ ਕੀਤੀ ਆ ਫਲਾਨੀ ਗੱਲ ਦੀ। ਤੇ ਉਹ ਬੰਦਾ ਨਾ ਮੁੱਕਰਨ ਜੋਗਾ ਤੇ ਨਾ ਉਹਨੂੰ ਮੰਨਣ ਜੋਗਾ ਵੀ ਹਾਂ ਸਾਡੀ ਗੱਲ ਤਾਂ ਹੋਈ ਸੀ। ਇਹ ਜਿਹੜੇ ਚੱਕਰ ਵਿਊ ਆ ਇੱਥੇ ਆਮ ਗੱਲ ਆ। ਇੱਥੇ ਬੜਿਆਂ ਦੀਆਂ ਸੀਪ ਲੱਗਦੀ ਆ। ਅਸੀਂ ਉੱਥੇ ਨਾਭੇ ਜੇ ਬੜਿਆਂ ਦੇ ਅਸੀਂ ਇਹੋ ਜਿਹਾ ਕੁਝ ਦੇਖਿਆ ਤੇ ਸਾਨੂੰ ਉਹਨੂੰ ਸਮਝਾਉਣ ਚ ਕਈ ਵਾਰ ਵਕਤ ਵੀ ਲੱਗ ਜਾਂਦਾ ਸੀਗਾ ਕਿ ਤੇਰੀ ਕਿਵੇਂ ਕਹਾਣੀ ਫਿੱਟ ਕੀਤੀ ਗਈ ਆ। ਇਹ ਤੂੰ ਬੇਸ਼ੱਕ ਸਮਝੀ ਜਾਵੇਂ ਕਿ ਨਹੀਂ ਮੈਂ ਤਾਂ ਫੱਟੇ ਚੱਕ ਦੇਣੇ ਸੀ, ਮੇਰੇ ਤੋਂ ਕੋਈ ਗੜਬੜ ਹੋਈ ਆ, ਪਰ ਅਸਲ ਵਿੱਚ ਭਰਾਵਾ ਤੇਰੀ ਗੜਬੜ ਤੇਰੀ ਨਹੀਂ ਹੈਗੀ, ਕਿਤੇ ਹੋਰ ਕਹਾਣੀ। ਸੋ ਇਸ ਮਾਹੌਲ ਦੇ ਵਿੱਚ ਜਿਹੜਾ ਪੰਜਾਬ ਦੇ ਵਿੱਚ ਪਹਿਲੋਂ ਪੰਥਕ ਤੇ ਖਾਲਿਸਤਾਨੀ ਧਿਰਾਂ ਧੜੇ ਵਾਲੇ ਲੋਕ ਡਰਦੇ ਰਹਿੰਦੇ ਆ ਜਿਸ ਖਾਦਸ਼ੇ ਵਿੱਚ, ਉਹ ਕੋਈ ਬਹੁਤੀ ਵੱਡੀ ਛਾਲ ਨਹੀਂ ਮਾਰਦੇ। ਉਹ ਇੱਕ ਜਿਵੇਂ ਕਹਿੰਦੇ ਹੁੰਦੇ ਆ ਨਾ ਵੀ ਇੱਕ ਗ੍ਰੇ ਏਰੀਆ ਉਹਨਾਂ ਨੇ ਰੱਖਿਆ ਹੋਇਆ ਵੀ ਇੱਥੇ ਤੱਕ ਅਸੀਂ ਗੱਲ ਕਰਨੀ। ਉਹ ਉਨੀ ਕੁ ਗੱਲ ਕਰਦੇ ਕਰਾਉਂਦਿਆਂ ਨੇ ਇੱਥੇ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਪੰਥਕ ਸਭਾ ਲਈ ਤਿਆਰ ਕੀਤੇ ਆ, ਅਸੀਂ ਉਹਦੇ ਲਈ ਉਹਨਾਂ ਦੇ ਧੰਨਵਾਦੀ ਹਾਂ। ਅਗਲੀ ਗੱਲ ਇਹ ਆ ਕਿ ਇੱਕ ਵਕਤ ਤੋਂ ਬਾਅਦ ਜਿਵੇਂ ਪਿਓ ਨੂੰ ਪੁੱਤ ਜਿਹੜਾ ਹੈ ਉਹ ਬੜਾ ਚੰਗਾ ਲੱਗਦਾ, ਪਰ ਇੱਕ ਟਾਈਮ ਆਉਂਦਾ ਜਦੋਂ ਦੋਨਾਂ ਦੇ ਜਜ਼ਬਾਤ ਜਾਂ ਵਿਚਾਰ ਇੱਕ ਦੂਜੇ ਨਾਲ ਭਿੜਦੇ ਜੇ ਮਹਿਸੂਸ ਹੁੰਦੇ। ਵੱਡੀ ਉਮਰ ਦੇ ਲੋਕਾਂ ਦੇ ਖਿਆਲਾਤ ਅਤੇ ਵਿਚਾਰ ਹੋਰ ਅੰਦਾਜ਼ ਵਿੱਚ ਹੁੰਦੇ ਆ। ਨੌਜਵਾਨ ਪੀੜ੍ਹੀ ਕਹਿੰਦੀ ਆ ਵੀ ਤੁਹਾਨੂੰ ਡਰ ਲੱਗਦਾ, ਤੁਸੀਂ ਪਾਸੇ ਹੋ ਕੇ ਬੈਠੋ, ਅਸੀਂ ਦਿਖਾਉਂਦੇ ਆ ਹੁਣੇ ਕੋਈ ਸੱਪ ਕੱਢ ਕੇ। ਸੋ ਇਸ ਤਰੀਕੇ ਦੇ ਵਿਚਾਰਾਂ ਦਾ ਮਾਹੌਲ ਜਦੋਂ ਬਣ ਗਿਆ ਉਦੋਂ ਅਸੀਂ ਮਹਿਸੂਸ ਕੀਤਾ ਸੀ, ਔਰ ਬਾਰ-ਬਾਰ ਇਹ ਗੱਲ ਪ੍ਰੋਗਰਾਮਾਂ 'ਚ ਉਦੋਂ ਕਹਿਣੀ ਚਾਹੀ, ਪਰ ਉਦੋਂ ਮਾਹੌਲ ਤੱਤਾ ਸੀ। ਉਦੋਂ ਲੋਕਾਂ ਨੂੰ ਲੱਗਦਾ ਹੋਣਾ ਵੀ ਇਹ ਯਾਰ ਖਨੀ ਘੁਮਾਣ ਹੋਣੀ ਉਹਦੇ ਖਿਲਾਫ ਨੇ, ਜਾਂ ਇਹ ਦਲ ਖਾਲਸਾ ਨਾਲ ਜਾਂ ਮਾਨ ਦਲ ਨਾਲ ਜਾਂ ਦਲਜੀਤ ਸਿੰਘ ਹੋਣਾ ਨਾਲ ਇੱਥੇ ਜ਼ਿਆਦਾ ਮੋਹ ਰੱਖਦੇ ਆ। ਅਸੀਂ ਤਾਂ ਇਹ ਗੱਲ ਪਹਿਲੇ ਦਿਨ ਤੋਂ ਮੈਂ ਇੱਥੇ ਕਹਿੰਦਾ ਰਿਹਾ, ਮੈਂ ਭਾਈ ਦਲਜੀਤ ਸਿੰਘ ਨੂੰ ਤੇ ਭਾਈ ਕੰਵਰਪਾਲ ਸਿੰਘ ਨੂੰ ਬਹੁਤ ਚਿਰ ਪਹਿਲਾਂ 8-9 ਸਾਲ ਹੋ ਗਏ ਹੋਣੇ ਇਸ ਗੱਲ ਨੂੰ। ਦਲ ਖਾਲਸਾ ਦਫ਼ਤਰ 6 ਜੂਨ ਦਾ ਦਿਹਾੜਾ ਮਨਾ ਕੇ ਬੈਠੇ ਸੀ ਤੇ ਕੋਈ ਗੱਲ ਚੱਲੀ ਤੇ ਮੈਨੂੰ ਪੁੱਛਿਆ ਤਾਂ ਮੈਂ ਉਦੋਂ ਆਖਿਆ ਸੀ ਬਈ ਅੱਜ ਦੀ ਸਿੱਖ ਨੌਜਵਾਨੀ ਨੂੰ ਭਾਈ ਕੰਵਰਪਾਲ ਸਿੰਘ ਬਿੱਟੂ ਅਤੇ ਭਾਈ ਦਲਜੀਤ ਸਿੰਘ ਬਿੱਟੂ ਤੋਂ ਉਹੋ ਜਿਹੀ ਤਸੱਲੀ ਨਹੀਂ ਹੋ ਰਹੀ, ਉਹੋ ਜਿਹਾ ਉਹਨਾਂ ਨੂੰ ਅਹਿਸਾਸ ਨਹੀਂ ਮਿਲ ਰਿਹਾ ਜਿਹੋ ਜਿਹਾ ਉਹ ਭਾਲਦੇ। ਇਸ ਗੱਲ ਦੇ ਉੱਤੇ ਜਦੋਂ ਚਰਚਾ ਕਰਦੇ ਕਰਾਉਂਦੇ ਸੀ ਤਾਂ ਉਦੋਂ ਮੈਂ ਆਪਦੇ ਵਿਚਾਰਾਂ ਨੂੰ ਇਸ ਪੱਖੋਂ ਵੀ ਆਖਿਆ ਕਿ ਜਿਹੜੀ ਥਾਂ ਇਹਨਾਂ ਸ਼ਖਸੀਅਤਾਂ ਨੇ ਜਾਂ ਮਾਨ ਸਾਹਿਬ ਨੇ ਜਾਂ ਹੋਰ ਜਥੇਬੰਦੀਆਂ ਨੇ ਲਈ ਹੋਈ ਹੈ ਇਸ ਵੇਲੇ, ਉਹ ਥਾਂ ਇਹਨਾਂ ਦੀ ਪਿਛਲੇ 30-35-40 ਸਾਲ ਦੀ ਘਸਾਈ ਤੋਂ ਬਾਅਦ, ਉਹਨਾਂ ਦੀ ਮਿਹਨਤ ਤੋਂ ਬਾਅਦ ਉਹਨਾਂ ਨੂੰ ਮਿਲੀ। ਜਿੰਨਾ ਕੁ ਪ੍ਰਸੰਗਕ ਜਾਂ ਰੈਲੇਵੈਂਟ ਸਿੱਖ ਸੁਸਾਇਟੀ ਵਿੱਚ ਹੈਗੇ ਆ, ਉਹ ਉਹਨਾਂ ਦੀ ਪਿਛਲੇ ਲੰਮੇ ਅਰਸੇ ਦੀ ਕਮਾਈ ਆ। ਤੇ ਇਸ ਥਾਂ ਤੇ ਪਹੁੰਚਣ ਲੱਗਿਆ ਉਹ ਜਦੋਂ ਤੁਰੇ ਸੀ ਉਦੋਂ ਸਿਫਰ ਸੀ। ਜਿੱਦਾਂ ਮਾਨ ਸਾਹਿਬ ਜਾਂ ਭਾਈ ਦਲਜੀਤ ਸਿੰਘ ਜਾਂ ਭਾਈ ਕੰਵਰਪਾਲ ਸਿੰਘ, ਦਲ ਖਾਲਸਾ, ਮਾਨ ਦਲ ਜਾਂ ਪੰਚ ਪ੍ਰਧਾਨੀ ਜਾਂ ਹੋਰ, ਇਹ ਸਾਰੇ ਜਿੱਦਣ ਸ਼ੁਰੂ ਕੀਤਾ ਉਦੋਂ ਤਾਂ ਕੁਛ ਵੀ ਨਹੀਂ ਸੀ, ਪਰ ਹੌਲੀ ਹੌਲੀ ਸੰਗਤ ਦੇ ਵਿੱਚ ਮਿਹਨਤ ਕਰਕੇ ਸੰਗਤ ਦਾ ਭਰੋਸਾ ਜਿੱਤਦਿਆਂ ਜਿਤਾਉਂਦਿਆਂ ਨੇ ਅੱਜ ਵਾਲੀ ਸਥਿਤੀ ਹਾਸਲ ਕੀਤੀ, ਜਿੱਥੇ ਕੌਮ ਦੇ ਕੁਝ ਹਿੱਸੇ ਜਿਹੜੇ ਨੇ ਉਹਨਾਂ ਨੂੰ ਬਹੁਤ ਜ਼ਿਆਦਾ ਮਾਣ ਸਤਿਕਾਰ ਦਿੰਦੇ ਆ ਕਿ ਚਲੋ ਜਿੰਨੇ ਜੋਗੇ ਹੈਗੇ ਆ ਇਹ ਗੱਲ ਨੂੰ ਲੈ ਕੇ ਤੁਰ ਰਹੇ। ਪਰ ਇਹ ਗੱਲ ਤਾਂ ਯਕੀਨਨ ਤੌਰ ਤੇ ਹੈ ਕਿ ਜੇ ਕਿਸੇ ਨੇ ਇਹਨਾਂ ਵਾਲੀ ਥਾਂ ਹਾਸਲ ਕਰਨੀ ਆ, ਇਹਨਾਂ ਨੂੰ ਰੱਦ ਕਰਕੇ, ਇਹਨਾਂ ਨੂੰ ਨਿੰਦ ਕੇ, ਭੰਡ ਕੇ ਜਾਂ ਇਹਨਾਂ ਦੇ ਬਾਰੇ ਅਪਸ਼ਬਦ ਵਰਤ ਕੇ ਇਹਨਾਂ ਨੂੰ
ਉਲੰਘ ਕੇ ਨਹੀਂ, ਇਹ ਆਪਦੀ ਮਿਹਨਤ ਨਾਲ, ਆਪਦੇ ਕੰਮਾਂ ਦੇ ਨਾਲ ਸਮਾਜ ਵਿੱਚ, ਸੰਗਤ ਵਿੱਚ ਭਰੋਸਾ ਸਤਿਕਾਰ ਬਹਾਲ ਕਰਕੇ ਕੋਈ ਵੀ ਉਹ ਥਾਂ ਲੈ ਸਕਦਾ। ਹੁਣ ਇਹ ਤਾਂ ਕੋਈ ਬਾਦਲ ਦਲ ਜਾਂ ਕਾਂਗਰਸ ਤਾਂ ਹੈ ਨਹੀਂ ਵੀ ਕਹੋਗੇ ਚਲੋ ਜੀ ਤੁਸੀਂ ਘਰੇ ਬੈਠੋ ਹੁਣ ਮੈਂ ਇਹਨੂੰ ਕਰਦਾ। ਹਰ ਇੱਕ ਬੰਦੇ ਨੂੰ ਹੱਕ ਆ। ਜਿਵੇਂ ਜਦੋਂ ਭਾਈ ਦਲਜੀਤ ਸਿੰਘ ਹੋਣੀ ਜਾਂ ਕੋਈ ਵੀ ਹੋਰ ਧਿਰ ਜਾਂ ਖਾੜਕੂ ਸੰਘਰਸ਼ ਵੇਲੇ ਜਦੋਂ ਲੋਕ ਨਿਕਲੇ ਘਰਾਂ ਚੋਂ ਕੌਮ ਲਈ ਲੜਨ ਲਈ, ਉਦੋਂ ਲੋਕਾਂ ਨੇ ਉਹਨਾਂ ਦੀ ਹਮਾਇਤ ਕੀਤੀ। ਮਾਇਆ ਦੇਣ ਵਾਲੇ ਨੇ ਮਾਇਆ ਦਿੱਤੀ, ਠਾਹਰ ਦੇਣ ਵਾਲੇ ਨੇ ਠਾਹਰ ਦਿੱਤੀ। ਜੋ ਵੀ ਜਿਸ ਵੀ ਤਰੀਕੇ ਦੀ ਕੌਮ ਚੋਂ ਸਪੋਰਟ ਹਮਾਇਤ ਚਾਹੀਦੀ ਸੀ ਉਸ ਸੰਗਤ ਨੇ ਦਿੱਤੀ। ਸੋ ਜੇਕਰ ਕੋਈ ਅੱਜ ਭਾਈ ਅਮਰਤਪਾਲ ਸਿੰਘ ਜਾਂ ਵਾਰਸ ਪੰਜਾਬ ਦੇ ਜਾਂ ਕੋਈ ਹੋਰ ਧਿਰ ਜਾਂ ਜਥੇਬੰਦੀ ਜਾਂ ਕੋਈ ਸ਼ਖਸੀਅਤ ਮੈਦਾਨ ਵਿੱਚ ਆਊਗੀ, ਕੌਮ ਤੋਂ ਉਹਨੂੰ ਹਮਾਇਤ ਮਿਲਣੀ ਹੀ ਮਿਲਣੀ। ਪਹਿਲਾਂ ਭਾਈ ਦੀਪ ਸਿੱਧੂ ਨੂੰ ਮਿਲੀ ਤੇ ਹੁਣ ਭਾਈ ਅਮਰਤਪਾਲ ਸਿੰਘ ਨੂੰ ਮਿਲੀ, ਕੱਲ ਨੂੰ ਕੋਈ ਹੋਰ ਆ ਜਾਵੇ ਉਹਨੂੰ। ਤੁਹਾਡੇ ਵਿੱਚ ਕੰਟੈਂਟ ਹੋਣਾ ਚਾਹੀਦਾ, ਤੱਤ ਹੋਣਾ ਚਾਹੀਦਾ, ਤੁਹਾਡੇ ਵਿੱਚ, ਤੁਹਾਡੀ ਗੱਲ ਵਿੱਚ ਲੋਕਾਂ ਦਾ ਭਰੋਸਾ ਕਾਇਮ ਹੋਣਾ ਚਾਹੀਦਾ। ਸੰਗਤ ਨਾਲ ਉਡੀਕ ਰਹੀ ਹੈ। ਜਿਸ ਤਰੀਕੇ ਨਾਲ ਭਾਈ ਦੀਪ ਸਿੱਧੂ ਨੂੰ ਸਿੱਖ ਨੌਜਵਾਨੀ ਨੇ ਵੈਲਕਮ ਕੀਤਾ, ਪਿਆਰ ਕੀਤਾ, ਉਹਨੂੰ ਜਿਸ ਤਰੀਕੇ ਦਾ ਸਤਿਕਾਰ ਮਿਲਿਆ, ਉਹ ਕਿਸੇ ਨੇ ਨਹੀਂ ਸੁਣਿਆ ਵੀ ਇਹ ਯਾਰ ਕਿਹੋ ਜਿਹਾ ਬੰਦਾ ਹੈ, ਤਾਂ ਫਿਲਮਾਂ ਚੋਂ ਆਇਆ, ਇਹ ਤਾਂ ਜੀ ਮੂੰਹ ਸਿਰ ਮੁੰਨੀ ਫਿਰਦਾ, ਇਹਦੇ ਆਹ ਨੁਕਸ ਨੇ, ਉਹ ਨੁਕਸ ਨੇ। ਕਿਸੇ ਨੇ ਨਹੀਂ ਕੁਛ ਸੁਣਿਆ। ਆ ਰੀਨਾ ਰਾਏ ਵਾਲਾ ਚੈਪਟਰ ਉਹ ਵੀ ਨਹੀਂ ਕਿਸੇ ਨੇ ਉਹਦਾ ਗਿਣਿਆ। ਜਿਹੜੇ ਸਤਿਕਾਰ ਕਰਦੇ ਸੀ ਉਹ ਕਰਦੇ ਰਹੇ। ਹਾਂ, ਨੁਕਸ ਲੱਭਣ ਵਾਲੇ ਆ ਜਿਹੜੇ, ਉਹਨਾਂ ਨੇ ਤਾਂ ਪਹਿਲੇ ਦਿਨ ਤੋਂ ਕਿਸੇ ਵੀ ਖਾਲਿਸਤਾਨੀ ਜਾਂ ਪੰਥਕ ਬੰਦੇ ਨੂੰ ਛੱਡਿਆ ਹੀ ਨਹੀਂ। ਜਿਹੜੇ ਬੰਦੇ ਦੀਪ ਸਿੱਧੂ ਦੇ ਨੁਕਸ ਲੱਭ ਲੱਭ ਕੇ ਕਾਲੇ ਹੋਏ ਪਏ ਨੇ ਵੀ ਅਸੀਂ ਆਹ ਦੱਸੀਏ ਵੀ ਬੜਾ ਮਾੜਾ ਸੀ ਬੰਦਾ ਉਹ। ਜਿਹੜੇ ਬੰਦੇ ਹੁਣ ਅਮਰਤਪਾਲ ਸਿੰਘ ਦਾ, ਇਹ ਬੰਦੇ ਤਾਂ ਕੰਵਰਪਾਲ ਸਿੰਘ ਬਾਰੇ ਵੀ ਲਿਖਣਗੇ, ਦਲਜੀਤ ਸਿੰਘ ਬਾਰੇ ਵੀ ਲਿਖਣਗੇ, ਮਾਨ ਸਾਹਿਬ ਬਾਰੇ ਵੀ ਲਿਖਣਗੇ। ਕੋਈ ਵੀ ਪੰਥਕ, ਕੋਈ ਵੀ ਖਾਲਿਸਤਾਨੀ ਸਫਾ ਚ ਆਵੇ ਸਹੀ, ਇਹਨਾਂ ਦਾ ਵਿਚਾਰਾਂ ਦਾ ਧੰਦਾ ਹੈ, ਇਹਨਾਂ ਦੀ ਗੱਲ ਹੀ ਹੈ। ਗੱਲ ਇਹ ਹੋਈ ਕਿ ਜਿਹੜੇ ਪੰਜਾਬ ਦੇ ਵਿੱਚ ਪੰਥਕ ਤੇ ਖਾਲਿਸਤਾਨੀ ਸ਼ਖਸੀਅਤਾਂ ਤੇ ਜਥੇਬੰਦੀਆਂ ਨੇ, ਇਹਨਾਂ ਨੇ ਜੋ ਮਾਹੌਲ ਸਿਰਜਿਆ, ਜੋ ਬੰਦੇ ਪੈਦਾ ਕੀਤੇ, ਉਹ ਇਸ ਸਾਰੀ ਸਥਿਤੀ ਵਿੱਚ ਕਿਸੇ ਨੂੰ ਉਡੀਕ ਰਹੇ ਸੀ ਤੇ ਉਹਨਾਂ ਨੂੰ ਨੁਕਸਾਂ ਘਾਟਾਂ ਔਗਣਾਂ ਦੀ ਕੋਈ ਪਰਵਾਹ ਨਹੀਂ ਹੋਈ। ਉਹਨਾਂ ਸਾਰਿਆਂ ਨੇ ਦੀਪ ਸਿੱਧੂ ਨੂੰ ਪਿਆਰ ਕੀਤਾ ਤੇ ਬਾਅਦ ਵਿੱਚ ਦੀਪ ਸਿੱਧੂ ਦੇ ਹੌਲਨਾਕ ਹਾਦਸੇ ਵਿੱਚ ਇਸ ਤਰੀਕੇ ਨਾਲ ਜਾਣ ਦਾ ਕਿ ਲੋਕਾਂ ਦੇ ਦਿਲ ਦਿਮਾਗ ਵਿੱਚ ਇਹ ਗੱਲ ਬਹਿ ਗਈ ਕਿ ਇਹਨੂੰ ਸਟੇਟ ਨੇ ਕਤਲ ਕਰਵਾਇਆ, ਇਹ ਸਾਜ਼ਿਸ਼ ਹੈ। ਇਸ ਗੱਲ ਨੇ ਲੋਕਾਂ ਦਾ ਉਹਦੇ ਪ੍ਰਤੀ ਹੋਰ ਵੀ ਜ਼ਿਆਦਾ ਮੋਹ ਵਧਾਇਆ, ਜਿਹਦੀ ਕਰਕੇ ਫਤਿਹਗੜ੍ਹ ਸਾਹਿਬ ਜਿਹੜਾ ਇਕੱਠ ਹੋਇਆ ਉਹ ਬੇਮਿਸਾਲ ਸੀ। ਭੋਗ ਵਾਲੇ ਦਿਨ ਜੋ ਅਰਦਾਸਾਂ ਉਸ ਦਿਨ ਨੌਜਵਾਨਾਂ ਨੇ ਕੀਤੀਆਂ, ਜਿੱਦਣ ਭਾਈ ਦੀਪ ਸਿੱਧੂ ਦਾ ਸੰਸਕਾਰ ਥਰੀਕੇ ਪਿੰਡ ਦੇ ਸ਼ਮਸ਼ਾਨ ਘਾਟ ਵਿੱਚ ਹੋ ਰਿਹਾ ਸੀ, ਉਹ ਕਦੇ ਸੁਣ ਕੇ ਤਾਂ ਦੇਖੋ ਅੱਜ ਵੀ ਬੰਦੇ ਦੇ ਰੌਂਗਟੇ ਖੜੇ ਹੋ ਜਾਣ। ਗੱਲ ਦੀਪ ਸਿੱਧੂ ਦੀ ਨਹੀਂ, ਗੱਲ ਉਸ ਤੱਤ ਦੀ ਆ ਜਿਹੜਾ ਕੌਮੀ ਜਜ਼ਬਾ ਆ, ਜਿਹੜਾ ਪੰਥ ਦੀ ਜਿਹੜੀ ਹੈਗੀ ਆ ਰੂਹ ਆ, ਉਹਦੇ ਨਾਲ ਓਤ-ਪੋਤ, ਉਹਦੇ ਨਾਲ ਭਿੱਜਿਆ ਹੋਇਆ ਕਿ ਮੈਂ ਤਾਂ ਲੜਨਾ, ਮੈਨੂੰ ਕੋਈ ਧਿਰ ਚਾਹੀਦੀ ਆ, ਮੈਨੂੰ ਕੋਈ ਪਲੇਟਫਾਰਮ ਚਾਹੀਦਾ। ਸੋ ਪੰਜਾਬ ਦੀ ਸਿੱਖ ਨੌਜਵਾਨੀ ਨੂੰ ਜਦੋਂ ਪਹਿਲੋਂ ਵਾਲੀਆਂ ਜਥੇਬੰਦੀਆਂ ਜਾਂ ਸ਼ਖਸੀਅਤਾਂ ਤੋਂ ਉਹਨਾਂ ਦੀ ਪਿਆਸ ਨਹੀਂ ਬੁਝੀ, ਉਹਨਾਂ ਦੀ ਰੂਹ ਦੀ ਜਿਹੜੀ ਤੜਪ ਸੀ ਉਹ ਬੇਕਰਾਰ ਸੀ, ਤਾਂ ਇਹ ਕਹਿਣਾ ਕਿ ਜੀ ਉਹ ਬੰਦੇ ਬਿਲਕੁਲ ਹੀ ਨਖਿੱਧ ਨੇ ਜਾਂ ਮਾੜੇ ਆ, ਇਹ ਗੱਲ ਨਹੀਂ ਜੱਚਦੀ। ਸਾਨੂੰ ਉਹਨਾਂ ਦੀ ਘਾਲਣਾ ਦਾ, ਉਹਨਾਂ ਦੀ ਕਮਾਈ ਦਾ ਵੀ ਸਤਿਕਾਰ ਕਰਨਾ ਚਾਹੀਦਾ ਤੇ ਇਸ ਗੱਲ ਨੂੰ ਵੀ ਸਾਨੂੰ ਮੰਨਣਾ ਪਏਗਾ ਕਿ ਜਿਹੜੇ ਨੌਜਵਾਨ ਇਸ ਭਾਈ ਅਮਰਤਪਾਲ ਸਿੰਘ ਵਰਤਾਰੇ ਦਾ ਹਿੱਸਾ ਬਣਾਉਣ ਵਾਲੀ ਗੱਲ ਸੀ, ਉਹ ਵੀ ਸਾਰੇ ਉਹਨਾਂ ਦੇ ਹੀ ਤਿਆਰ ਕੀਤੇ ਹੋਏ ਸੀ। ਉਹਨਾਂ ਨੇ ਮਾਹੌਲ ਸਿਰਜਿਆ ਪਿਛਲੇ 25-30 ਸਾਲ, ਜਿਹੜਾ ਬਾਅਦ ਵਿੱਚ ਖਾੜਕੂ ਲਹਿਰ ਤੋਂ ਬਾਅਦ, ਬਿਆਨ ਤੇ ਮੁੱਚੜ ਤੋਂ ਬਾਅਦ ਆ ਜਿਹੜੇ ਵੱਡੇ ਵੱਡੇ ਪ੍ਰੋਗਰਾਮ ਹੁੰਦੇ ਗਏ। ਪਿਛਲੇ ਪ੍ਰੋਗਰਾਮਾਂ 'ਚ ਵੀ ਅਸੀਂ ਗੱਲ ਕਰਦੇ ਰਹੇ ਹਾਂ ਵੀ ਚਾਹੇ ਉਹ ਸਾਡਾ ਕਤਲੋਂ ਦਾ ਰੌਲਾ ਸੀ ਤੇ ਚਾਹੇ ਉਹ ਰਾਜੋਆਣੇ ਦੀ ਫਾਂਸੀ ਦਾ ਮੁੱਦਾ ਜਾਂ ਹੋਰ ਬਹੁਤ ਸਾਰੇ ਮੁੱਦੇ ਆ। ਇਹ ਸਾਰੇ ਮਸਲੇ ਉਹ ਨੇ ਜਿਨ੍ਹਾਂ ਦੀ ਮੈਂ ਗੱਲ ਕਰਕੇ ਕਰਦਾ ਹਾਂ ਵੀ ਜਦੋਂ ਸੋਸ਼ਲ ਮੀਡੀਆ ਦੇ ਰਾਹੀਂ ਸਾਰੇ ਸੰਸਾਰ ਦਾ ਸਿੱਖ ਇਕਜੁੱਟ ਹੋ ਕੇ ਤੁਰਿਆ, ਜਦੋਂ ਭਾਈ ਗੁਰਬਖਸ਼ ਸਿੰਘ ਭੁੱਖ ਹੜਤਾਲ ਤੇ ਬੈਠਿਆ ਜਾਂ ਹੋਰ ਸਾਰੇ ਮਸਲੇ। ਪਰ ਇਸ ਤੋਂ ਪਹਿਲਾਂ ਜਾਣੀ ਕਿ 2006-07 ਤੋਂ ਪਹਿਲਾਂ 1997-98 ਚ ਮੈਂ ਦਲ ਖਾਲਸਾ ਨਾਲ ਜੁੜਿਆ, ਉਦੋਂ ਤੋਂ ਬੜੇ ਪ੍ਰੋਗਰਾਮ ਹੋਏ ਜੀ, ਬਹੁਤ ਕੁਝ ਹੋਇਆ। ਇਹ ਕਹਿਣਾ ਕਿ ਜੀ ਨਹੀਂ ਹੁਣੀ ਗੱਲ ਜੀ ਹੋਈ, ਉਦੋਂ ਪਹਿਲਾਂ, ਇਹ ਆਪਦੇ ਆਪ ਨੂੰ, ਆਪਦੀ ਕੌਮ ਨੂੰ ਧੋਖਾ ਦੇਣ ਵਾਲੀ ਗੱਲ। ਜਿਹਨੂੰ ਪਤਾ ਹੁੰਦਾ ਜੇ ਉਹ ਬੋਲੇ ਨਾ ਉਹ ਗਦਾਰ ਹੁੰਦਾ। ਮੈਨੂੰ ਚੰਗੀ ਤਰ੍ਹਾਂ ਯਾਦ ਆ ਕਿ 1999 ਚ ਜਦੋਂ 300 ਸਾਲਾ ਮਨਾਇਆ, ਉਦੋਂ
सिख कौम के शहीदों ਨੂੰ इकट्ठे कर शहीदों के परिवारों के मैंबरों ਨੂੰ इकट्ठे करके जेल੍ਹਾਂ 'ਚ नज़रबंद ਸਿੰਘਾਂ ਲਈ आनंदपुर साहिब ਦੇ ਵਿੱਚ ਤੇ ਚੰਡੀਗੜ੍ਹ ਦੇ ਵਿੱਚ 4 ਅਪ੍ਰੈਲ 1999 ਨੂੰ ਇੱਕ ਮਾਰਚ ਕੱਢਿਆ ਗਿਆ, ਜਿਹਦੇ ਵਿੱਚ ਮਾਨ ਦਲ, ਦਲ ਖਾਲਸਾ ਤੇ ਹੋਰ ਬਹੁਤ ਸਾਰੇ ਸੀ। ਆ ਬੀਬੀ ਸੰਦੀਪ ਕੌਰ ਦਾ ਟਰਸਟ ਹੁੰਦਾ ਸੀ, ਕਲਰ ਭੈਣੀ, ਭਾਈ ਕੰਵਰ ਸਿੰਘ ਧਾਮੀ ਹੋਣੀ ਉਦੋਂ ਮਹਾਲੀ ਦੇ ਕੋਲ ਜਿਹੜਾ ਟਰਸਟ ਵਾ ਉੱਥੋਂ ਆਏ, ਔਰ ਬੱਸਾਂ ਗੱਡੀਆਂ ਦਾ ਇੰਤਜ਼ਾਮ ਸਾਰਾ ਕੁਝ ਅਸੀਂ ਕੀਤਾ ਤੇ ਉਹ ਬਹੁਤ ਵੱਡਾ ਸ਼ਾਨਦਾਰ ਪ੍ਰੋਗਰਾਮ ਸੀ। ਇਵੇਂ ਹੀ ਫਿਰ ਸ਼ਹੀਦਾਂ ਦੇ ਦਿਹਾੜੇ ਮਨਾਏ ਜਾਣ ਲੱਗੇ, ਹੋਰ ਬੜਾ ਕੁਝ ਚੱਲਿਆ। ਜਿਹੜਾ ਆਮ ਬੰਦਾ ਉਹ ਸਮਝਦਾ ਹੈ ਕਿ ਨਹੀਂ ਨਹੀਂ ਜੀ, ਇਹ ਤਾਂ ਜਦੋਂ ਸੋਸ਼ਲ ਮੀਡੀਆ ਆਇਆ ਖਣੀ ਉਦੋਂ ਹੀ ਪੰਜਾਬ 'ਚ ਸਰਗਰਮੀਆਂ ਸ਼ੁਰੂ ਹੋਈਆਂ। ਬਿਲਕੁਲ ਨਹੀਂ। 1997-98 ਤੋਂ ਲੈ ਕੇ 2006-7 ਤੱਕ ਬਹੁਤ ਕੁਝ ਹੋਇਆ, ਵੱਡੇ ਪ੍ਰੋਗਰਾਮ ਹੁੰਦੇ ਰਹੇ ਔਰ ਕੌਮ ਦੇ ਹੱਕਾਂ ਲਈ, ਕੌਮ ਦੇ ਹਿੱਤਾਂ ਲਈ ਲੜਾਈ ਹੈ ਜਿਹੜੀ ਉਹ ਚੱਲਦੀ ਰਹੀ। ਹਾਂ, ਇਹ ਗੱਲ ਹੈ ਕਿ 1997-98 ਤੋਂ ਲੈ ਕੇ 2006-7 ਵਾਲੇ ਮਾਹੌਲ ਨਾਲੋਂ ਸੋਸ਼ਲ ਮੀਡੀਆ ਦੇ ਦੌਰ ਦੇ ਵਿੱਚ ਸਾਨੂੰ ਸਾਰੇ ਸੰਸਾਰ ਦੇ ਵਿੱਚ ਪੰਥਕ ਜਾਂ ਖਾਲਿਸਤਾਨੀ ਸੋਚ ਵਾਲਿਆਂ ਨੂੰ ਇੱਕ ਦੂਜੇ ਦੇ ਨੇੜੇ ਆਉਣ ਲਈ ਸੋਸ਼ਲ ਮੀਡੀਆ ਦਾ ਰਾਹ ਮਿਲ ਗਿਆ, ਜਿਹਦਾ ਬੜਾ ਲਾਹਾ ਮਿਲਿਆ। ਜਦੋਂ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਹਾੜਾ ਪਹਿਲੀ ਵਾਰ ਅਕਾਲ ਤਖਤ ਸਾਹਿਬ ਤੇ ਮਨਾਉਣਾ ਸੀ, ਉਦੋਂ ਭਾਈ ਰੇਸ਼ਮ ਸਿੰਘ ਬੱਬਰ ਹੋਣੀ ਜਾਂ ਜਰਮਨ ਜਾਂ ਯੂਰਪ ਦੇ ਸਾਰੇ ਸਿੰਘਾਂ ਨੇ ਜਿਸ ਤਰੀਕੇ ਨਾਲ ਸਾਡਾ ਸਾਥ ਸਹਿਯੋਗ ਦਿੱਤਾ, ਤੇ ਫਿਰ ਤਾਂ ਇਹ ਗੱਲ ਹੁੰਦੀ ਸੀ ਕਿ ਜਦੋਂ ਪੈਸੇ ਦੀ ਗੱਲ ਤਾਂ ਕੋਈ ਮਤਲਬ ਹੀ ਨਹੀਂ ਸੀ ਰਿਹਾ। ਇੰਨਾ ਮਤਲਬ ਸੱਚੇ ਪਾਤਸ਼ਾਹ ਦੀ ਕਿਰਪਾ ਨਾਲ ਪੰਜਾਬ 'ਚ ਕੰਮ ਹੋਇਆ ਕੀਤਾ, ਬੜੇ ਨੌਜਵਾਨ ਆਡਾ ਇਲਾਕਿਆਂ 'ਚ ਸਰਗਰਮ ਹੋਏ, ਨਿੱਕੀਆਂ ਮੋਟੀਆਂ ਜਥੇਬੰਦੀਆਂ ਬਣੀਆਂ ਔਰ ਹਰੇਕ ਨੇ ਖਾਲਿਸਤਾਨ ਦੀ ਗੱਲ ਕੀਤੀ ਆ। ਜਿਹੜੇ ਮੁੱਦੇ ਜਾਂ ਮਸਲੇ ਉਸ ਵੇਲੇ ਹੁੰਦੇ ਸੀ, SYL ਦਾ ਮੁੱਦਾ ਜਾਂ ਕੌਮ ਲਈ ਕਿਸੇ ਹੋਰ, ਉਹ ਸਾਰਿਆਂ ਲਈ ਕੀਤੀ। ਤੇ ਕੌਮ ਦੇ ਦੁੱਖਾਂ ਦਰਦਾਂ ਦਾ ਸੈਂਟਰ ਪੁਆਇੰਟ ਜਿੱਥੇ ਭਾਰਤੀ ਹਕੂਮਤੀ ਤੰਤਰ ਦੀ ਗੁਲਾਮੀ ਹੈ, ਉੱਥੇ ਨਾਲ ਦੀ ਨਾਲ ਉਹਦਾ ਸਭ ਤੋਂ ਵੱਡਾ ਕਰਿੰਦਾ ਪ੍ਰਕਾਸ਼ ਸਿੰਘ ਬਾਦਲ ਹੁੰਦਾ ਸੀ। ਤੋਂ ਬਾਦਲ ਦੇ ਖਿਲਾਫ ਵੀ ਬੋਲਣਾ, ਤੋਂ ਬਾਦਲ ਦਲ ਵਾਲੇ ਜਿਹੜੇ ਸੀ ਉਹ ਚਾਹੁੰਦੇ ਸੀ ਕਿ ਕਾਂਗਰਸ ਦੇ ਖਿਲਾਫ ਬੋਲੋ, ਹਕੂਮਤ ਦੇ ਖਿਲਾਫ ਬੋਲੋ, ਪਰ ਸਾਡੇ ਬਾਦਲ ਸਾਹਿਬ ਨੂੰ ਨਾ ਕੁਝ ਕਹੋ। ਉਹ ਸਾਡੇ ਬਾਦਲ ਸਾਹਿਬ ਨੂੰ ਸਾਡਾ ਕਹਿਣ ਵਾਲੇ ਬਹੁਤ ਸਾਰੀਆਂ ਧਿਰਾਂ ਜਾਂ ਧੜੇ ਉਹ ਵੀ ਸੀ ਜਿਹੜੇ ਕਿਸੇ ਟਾਈਮ ਸੰਤ ਭਿੰਡਰਾਂ ਵਾਲਿਆਂ ਦੀ ਗੱਲ ਕਰਦੇ ਰਹੇ ਸੀ। ਹੁਣ ਉਹਨਾਂ ਦੀ ਵਫਾਦਾਰੀ ਟਕਸਾਲ ਵਾਲਿਆਂ ਦੀ ਜਾਂ ਹੋਰ ਬਹੁਤ ਸਾਰਿਆਂ ਦੀ ਬਦਲ ਗਈ ਸੀ। ਅਸੀਂ ਕੀ ਕਰਦੇ ਉਦੋਂ? ਬੜਾ ਕੁਝ ਝੱਲਿਆ, ਬੜਾ ਕੁਝ ਦੇਖਿਆ, ਬੜਾ ਕੁਝ ਮਹਿਸੂਸ ਕੀਤਾ। ਉਹ ਸਾਰਾ ਕੁਝ ਜਿਹੜਾ ਹੈਗਾ ਉਹਨੂੰ ਜਿਸ ਤਰੀਕੇ ਦੀ ਇੱਕ ਸ਼ਖਸੀਅਤ ਜਾਂ ਜਿਸ ਤਰੀਕੇ ਦੀ ਜਿਹੜੀ ਚਾਹੀਦਾ ਸੀਗਾ ਸਪੋਰਟ, ਹਮਾਇਤ, ਉਹ ਨਹੀਂ ਮਿਲ ਰਹੀ ਸੀ। ਉਹਦੇ ਆਪ ਦੇ ਕਾਰਨ ਸੀ, ਹਰੇਕ ਦੇ ਆਪੋ ਆਪਣੀਆਂ ਮਜਬੂਰੀਆਂ, ਸੀਮਾਵਾਂ ਹੁੰਦੀਆਂ ਨੇ। ਤੇ ਇਸ ਸਾਰੇ ਕਾਸੇ ਦੇ ਉਲਟ ਬਿਲਕੁਲ ਭਾਈ ਅਮਰਤਪਾਲ ਸਿੰਘ ਪੰਜਾਬ ਤੋਂ ਬਾਹਰ, ਅਸੀਂ ਤਾਂ ਘੜੇ ਦੀ ਮੱਛੀ ਵਾਂਗੂ ਹਾਂ। ਪਿਛਲੇ ਸਮੇਂ ਦੇ ਵਿੱਚ ਕਈ ਬੰਦੇ ਇੱਥੇ ਸੋਸ਼ਲ ਮੀਡੀਆ ਉੱਤੇ ਮੇਰੇ ਨਾਲ ਵੀ ਕਰਨਗੇ, ਜਾਂ ਤੁਹਾਨੂੰ ਪੁਲਿਸ ਨੇ ਕਦੇ ਨਹੀਂ ਫੜਿਆ। ਹੁਣ ਭਾਈ ਕੀ ਦੱਸੀਏ ਵੀ ਕਦੋਂ ਕਦੋਂ ਫੜਿਆ, ਕਿਹੜੀ ਲਿਸਟ ਬਣਾ ਕੇ ਤੁਹਾਨੂੰ ਦਈਏ? ਬੜਾ ਕੁਝ ਚੱਲਿਆ। ਸਾਰਿਆਂ ਨੇ ਇੱਥੇ ਜਦੋਂ ਜੀ ਕਰਦਾ ਸੀ ਭਾਈ ਦਲਜੀਤ ਸਿੰਘ ਨੂੰ ਫੜ ਕੇ ਟੰਗ ਲੈਂਦੇ ਸੀ। ਤੇ ਇੱਥੇ ਇਹ ਹੋਇਆ ਕਿ ਭਾਈ ਅਮਰਤਪਾਲ ਸਿੰਘ ਪੰਜਾਬ ਤੋਂ ਬਾਹਰ ਦੁਬਈ ਵਿੱਚ ਬੈਠ ਕੇ ਸੋਸ਼ਲ ਮੀਡੀਆ ਦੇ ਰਾਹੀਂ ਜਦੋਂ ਸਿੱਖ ਜਜ਼ਬਾਤਾਂ ਨੂੰ ਟੁੰਬ ਰਿਹਾ ਸੀ, ਜਦੋਂ ਉਹ ਸਾਰੀ ਗੱਲ ਚੱਲ ਰਹੀ ਸੀ, ਉਸ ਦੌਰ ਵਿੱਚ ਇੱਥੇ ਮਾਹੌਲ ਦਿਨੋਂ ਦਿਨ ਉਹ ਬਣਦਾ ਜਾ ਰਿਹਾ ਸੀ ਕਿ ਲੋਕ ਉਡੀਕ ਰਹੇ ਸੀ ਕਿ ਹੁਣ ਸਾਡੀ ਦਲ ਖਾਲਸਾ ਦੀ ਲੀਡਰਸ਼ਿਪ ਤੋਂ ਜਾਂ ਮਾਨ ਦਲ ਦੀ ਦਲਜੀਤ ਸਿੰਘ ਵਾਲੀ ਤੋਂ ਤਾਂ ਗੱਲ ਨਹੀਂ ਬਣਦੀ, ਕੋਈ ਆਵੇ। ਉਹ ਜਦੋਂ ਭਾਈ ਅਮਰਤਪਾਲ ਸਿੰਘ ਆਇਆ, ਉਹਦੀ ਭਾਈ ਦੀਪ ਸਿੱਧੂ ਨਾਲੋਂ ਪਰਸਨੈਲਿਟੀ 'ਚ, ਲੁੱਕ 'ਚ, ਹਰ ਚੀਜ਼ ਵਿੱਚ, ਦਿੱਖ 'ਚ ਬਹੁਤ ਫਰਕ ਸੀ। ਤੇ ਉਹਦੇ ਨਾਲ ਖੜਨਾ ਤੁਰਨਾ ਹੋਰ ਜ਼ਿਆਦਾ ਸਿਖਾਵਾਂ ਲੱਗਿਆ। ਤੇ ਬਹੁਤੇ ਲੋਕਾਂ ਨੂੰ ਇਹ ਗੱਲ ਬਹੁਤ ਜ਼ਿਆਦਾ ਔਖੀ ਲੱਗੀ ਕਿ ਇਹ ਕਿਵੇਂ ਹੋ ਸਕਦਾ ਵੀ ਇਹ ਇੱਕ ਨੌਜਵਾਨ ਆਵੇ ਬਾਹਰੋਂ ਤੇ ਰਾਤੋਂ ਰਾਤ ਇਉਂ ਛਾ ਜਾਵੇ। ਸੋ ਉਹ ਜਿਹੜੇ ਲੋਕ ਸੀ, ਉਹਨਾਂ ਦੇ ਵਿੱਚ ਖੱਬੇ ਪੱਖੀ ਧਿਰਾਂ, ਕਾਮਰੇਡ ਲਾਣਾ ਜਾਂ ਹੋਰ ਸਾਰੇ ਜਿਨ੍ਹਾਂ ਨਾਲ ਸੋਸ਼ਲ ਮੀਡੀਆ ਦੇ ਉੱਤੇ ਸਿੱਖ ਨੌਜਵਾਨੀ ਦਾ ਪਹਿਲਾਂ ਹੀ ਭੇੜ ਪੈਂਦਾ ਰਿਹਾ, ਉਹ ਸਾਰੇ ਸੀ। ਉਹਨਾਂ ਸਾਰਿਆਂ ਨੇ ਜੋ ਕੀਤਾ ਉਹ ਤਾਂ ਕੋਈ ਬਹੁਤਾ ਅਰਥ ਨਹੀਂ ਰੱਖਦਾ, ਪਰ ਇੱਥੇ ਰਵਨੀਤ ਬਿੱਟੂ ਤੇ ਉਹ ਮਨਿੰਦਰਜੀਤ ਬਿੱਟਾ, ਸਰਦਾਰ ਬਿਕਰਮਜੀਤ ਸਿੰਘ ਜੀ ਮਜੀਠੀਆ, ਵਿਰਸਾ ਸਿੰਘ ਬਲਟੋਹਾ, ਹੋਰ ਪਤਾ ਨਹੀਂ ਕਿਹਨੇ ਕਿਹਨੇ ਇੱਥੇ ਹਨੇਰੀ ਠਾਲਤੀ। ਤੇ ਉਹਨਾਂ ਟਾਈਮ ਇਹ ਲੋਕ ਹਟੇ ਨਹੀਂ ਜਿੰਨਾ ਟਾਈਮ ਅਮਰਤਪਾਲ ਸਿੰਘ ਅੰਦਰ ਨਹੀਂ ਚਲੇ। ਇਸ ਸਾਰੇ ਸਮੇਂ ਦੌਰਾਨ ਇੱਕ ਚੀਜ਼ ਅਸੀਂ ਮਹਿਸੂਸ ਕਰ ਰਹੇ ਸੀ ਕਿ ਬਾਹਰ ਬੈਠੇ ਬਹੁਤ ਸਾਡੇ ਭੈਣ ਭਰਾ ਜਿਹੜੇ ਭਾਈ ਅਮਰਤਪਾਲ ਸਿੰਘ ਦੇ ਹਮਾਇਤੀ ਨੇ,
ਉਹ ਇਹ ਸੋਚ ਕੇ ਮਾੜਾ ਚੰਗਾ ਲਿਖਣ ਲੱਗ ਪਏ ਆ ਵੀ ਸ਼ਾਇਦ ਪੰਜਾਬ ਦੀਆਂ ਪੰਥਕ ਅਤੇ ਖਾਲਿਸਤਾਨੀ ਧਿਰਾਂ ਜਾਂ ਸ਼ਖਸੀਅਤਾਂ ਜਿਹੜੀਆਂ ਨੇ ਉਹਨਾਂ ਨੂੰ ਵੀ ਭਾਈ ਅਮਰਤਪਾਲ ਸਿੰਘ ਉਵੇਂ ਹੀ ਚੁਭਦਾ ਜਾਂ ਦੁਖੀ ਆ ਉਹਦੇ ਤੋਂ, ਜਿਵੇਂ ਕਾਮਰੇਡਾਂ ਨੂੰ ਆ ਜਾਂ ਐਂਟੀ ਸਿੱਖ ਲੋਕਾਂ ਨੂੰ। ਇਹ ਗੱਲ ਤਾਂ ਇੱਕ ਇਹਦੇ ਦੋ ਪੱਖ ਨੇ। ਕੁਝ ਬੰਦੇ ਨਿੱਜੀ ਤੌਰ ਤੇ ਇਹੋ ਜਿਹੇ ਹੁੰਦੇ ਆ ਜਿਨ੍ਹਾਂ ਨੂੰ ਲੱਗਦਾ ਲੈ ਅਸੀਂ ਇੰਨੇ ਟਾਈਮ ਦੇ ਬੈਠੇ ਆ, ਇਹ ਕਿੱਥੋਂ ਆ ਗਏ। ਪਰ ਜੇਕਰ ਸਮੂਹਕ ਚੇਤਨਾ ਦੇ ਰੂਪ ਵਿੱਚ ਦੇਖਿਆ ਜਾਵੇ ਏਦਾਂ ਨਹੀਂ ਸੀ, ਬਿਲਕੁਲ ਨਹੀਂ ਸੀ ਏਦਾਂ। ਮੈਂ ਇਹਨਾਂ ਦੇ ਵਿੱਚ ਹੀ ਵਿਚਰਦਾ। ਕੱਲ ਅਜੇ ਖਾਲਿਸਤਾਨ ਡੈਕਲੇਰੇਸ਼ਨ ਡੇ ਦਾ ਮਨਾ ਕੇ ਹਟਿਆ ਅਕਾਲ ਤਖਤ ਸਾਹਿਬ ਤੇ ਮੈਂ ਸਾਰਿਆਂ ਨਾਲ ਹੀ ਗੱਲ ਇਹਨਾਂ ਨਾਲ ਕਰ ਕੁਰ ਲੈਣਾ, ਕੋਈ ਇਹੋ ਜਿਹੀ ਗੱਲ ਨਹੀਂ। ਹਾਂ, ਇਹ ਜ਼ਰੂਰ ਸੀ ਕਿ ਇਹ ਉਹਦਾ ਸਾਥ ਸਹਿਯੋਗ ਦੇਣ ਵਾਲੀ ਸਥਿਤੀ ਵਿੱਚ ਨਹੀਂ ਆ ਸਕੇ। ਉਹ ਇਹਨਾਂ ਦੀਆਂ ਮਾਨਸਿਕ ਜਾਂ ਬਹੁਤ ਸਾਰੀਆਂ ਹੋਰ ਗੁੰਝਲਾਂ ਨੇ ਔਰ ਉਹਨਾਂ ਨੂੰ ਉਹਨਾਂ ਦੇ ਲੈਵਲ ਤੇ ਆ ਕੇ ਸਮਝਣਾ ਪਏਗਾ। ਮੈਂ ਉਹਨਾਂ ਦੀ ਵਕਾਲਤ ਕਰਨ ਲਈ ਜਾਂ ਉਹਨਾਂ ਨੂੰ ਜਾਇਜ਼ ਠਹਿਰਾਉਣ ਦੇ ਬਜਾਏ ਇਹ ਜ਼ਰੂਰ ਕਹਿਣਾ ਕਿ ਦੋਨਾਂ 'ਚ ਫਰਕ ਸੀਗਾ ਔਰ ਇਹ ਫਰਕ ਉਵੇਂ ਹੀ ਸੀ ਜਿਵੇਂ ਘਰਾਂ ਪਰਿਵਾਰਾਂ 'ਚ ਹੁੰਦਾ ਵਾ। ਜਿਵੇਂ ਕੋਈ ਨੌਜਵਾਨ ਉੱਠ ਕੇ ਇਹ ਸਮਝ ਰਿਹਾ ਹੁੰਦਾ ਕਿ ਹੁਣ ਬਜ਼ੁਰਗ ਨੂੰ ਖੇਤੀ ਪੱਤੀ ਦਾ ਜਾਂ ਘਰ ਦੇ ਕੰਮਕਾਰ ਦਾ ਸਾਰਾ ਜਿਹੜਾ ਉਹ ਮੈਨੂੰ ਸੌਂਪ ਦੇਣਾ ਚਾਹੀਦਾ, ਤੇ ਬਜ਼ੁਰਗ ਕਹਿੰਦਾ ਹੁੰਦਾ ਹੈਗਾ ਹਜੇ ਤੂੰ ਓਡੇ ਜੋਗਾ ਨਹੀਂ ਹੋਇਆ, ਕਿਉਂਕਿ ਮਾਪਿਆਂ ਨੂੰ ਤਾਂ ਸਾਰੀ ਉਮਰ ਜਿਹੜੇ ਬੱਚੇ ਆ ਉਹ ਬੱਚੇ ਹੀ ਲੱਗਦੇ ਰਹਿੰਦੇ ਆ। ਇਹ ਉਵੇਂ ਦੀ ਗੱਲ ਹੀ ਲਾ ਲਓ ਜਿਵੇਂ ਘਰ ਦੇ ਵਿੱਚ ਨਵੇਂ ਆਈ ਨੂੰਹ ਆ ਜਿਹੜੀ ਉਹ ਸਮਝਦੀ ਆ ਕਿ ਹੁਣ ਮੈਂ ਆ ਗਈ ਆ ਤੇ ਮੈਨੂੰ ਰਸੋਈ ਦਾ ਤੇ ਹੋਰ ਸਾਰੇ ਕਾਸੇ ਦਾ ਘਰ ਦਾ ਕੁੰਜੀ ਮੁਖਤਿਆਰ ਬਣਾਉਣਾ ਚਾਹੀਦਾ, ਤੇ ਸੱਸ ਕਹਿੰਦੀ ਆ ਤੂੰ ਜੇ ਕੱਲ ਆਈ ਆ। ਸੋ ਇਹ ਸਾਰੀਆਂ ਗੱਲਾਂ ਬਾਤਾਂ ਦੇ ਕਰਕੇ ਨਿੱਕੀ ਮੋਟੀ ਲੋਕ ਝੋਂਕ ਜਾਂ ਗੜਬੜ ਨੂੰ ਐਡਾ ਵੱਡਾ ਬਣਾ ਦੇਣਾ ਕਿ ਲਓ ਜੀ ਇੱਥੇ ਤਾਂ ਪਤਾ ਨਹੀਂ ਕੀ ਹੋ ਗਿਆ। ਭਾਈ ਇਹ ਸਾਰੇ ਦੇ ਸਾਰੇ ਉਹ ਲੋਕ ਨੇ ਜਿਹੜੇ ਹਮੇਸ਼ਾ ਪੰਥ ਦੀ ਕੌਮ ਦੀ ਲੜਾਈ ਲੜਦੇ ਆ, ਪਹਿਲੋਂ ਵੀ ਲੜਦੇ ਸੀ, ਅੱਜ ਵੀ ਲੜਦੇ ਆ। ਮੈਂ ਜਿਹੜੀ ਗੱਲ ਪ੍ਰੋਗਰਾਮ ਦੇ ਵਿੱਚ ਇਹਦੇ ਰਾਹੀਂ ਅਸਲ ਵਿੱਚ ਦੱਸਣੀ ਚਾਹੁੰਦਾ, ਹੁਣ ਉਸ ਨੁਕਤੇ ਤੇ ਆ ਕੇ ਸਮੀਟਣਾ, ਮੈਂ ਗੱਲ ਇਹ ਆ ਕਿ ਜਦੋਂ 2020 ਰੈਫਰੈਂਡਮ ਵਾਲਾ ਮੁੱਦਾ ਬਣਿਆ ਉਸ ਮੌਕੇ ਭਾਰਤ ਤੋਂ ਬਾਹਰ ਵਾਲੀਆਂ ਜਿੰਨੀਆਂ ਪੰਥਕ ਜਾਂ ਖਾਲਿਸਤਾਨੀ ਸ਼ਖਸੀਅਤਾਂ ਨੇ ਜਾਂ ਇਸ ਵਿਚਾਰਧਾਰਾ ਨਾਲ ਸੰਬੰਧਿਤ ਲੋਕ ਨੇ, ਉਹਨਾਂ ਸਾਰਿਆਂ ਦਾ ਭਾਰਤ ਵਿੱਚ ਕੰਮ ਕਰਦੀਆਂ ਖਾਲਿਸਤਾਨੀ ਪੰਥਕ ਧਿਰਾਂ ਨਾਲ ਇੱਕ ਟਕਰਾਰ ਜਿਹਾ ਬਣ ਗਿਆ, ਜਿਹਦੇ ਵਿੱਚ ਲੰਡਨ ਡੈਕਲੇਰੇਸ਼ਨ ਮੌਕੇ ਤਾਂ ਬਹੁਤ ਜ਼ਿਆਦਾ ਇੱਕ ਦੂਜੇ ਦੇ ਖਿਲਾਫ ਤਲਖੀ ਵਾਲੀ ਗੱਲ ਵੀ ਹੋਈ। ਉਹਦੇ ਨਾਲ ਭਾਰਤ ਤੋਂ ਬਾਹਰ ਖਾਸ ਤੌਰ ਤੇ ਕੈਨੇਡਾ, ਇੰਗਲੈਂਡ, ਅਮਰੀਕਾ, ਆਸਟ੍ਰੇਲੀਆ ਵਰਗੇ ਮੁਲਕਾਂ ਦੇ ਵਿੱਚ ਜਿਹੜੇ ਖਾਲਿਸਤਾਨੀ ਪੰਥਕ ਸੋਚ ਵਾਲੇ ਨੇ, ਉਹਨਾਂ ਅਤੇ ਪੰਜਾਬ ਦੇ ਖਾਲਿਸਤਾਨੀ ਤੇ ਪੰਥਕ ਲੋਕਾਂ ਦੇ ਵਿਚਾਲੇ ਇੱਕ ਦਰਾੜ ਜਿਹੜੀ ਆ ਨਿੱਕੀ ਜਿਹੀ ਪੈਦਾ ਹੋਈ, ਪਰ ਉਹ ਬਹੁਤੀ ਜ਼ਿਆਦਾ ਕੋਈ ਅਸਰ ਨਹੀਂ ਪਾ ਸਕੀ ਕਿਉਂਕਿ ਇਹਨਾਂ ਸਾਰੀਆਂ ਧਿਰਾਂ ਜਾਂ ਧੜਿਆਂ ਦੇ ਆਪੋ ਆਪਣੇ ਬਾਹਰਲੇ ਮੁਲਕਾਂ ਦੇ ਵਿੱਚ ਕੇਡਰਾਂ ਬੰਦੇ ਨੇ, ਉਹ ਕੰਮ ਚੱਲਦਾ ਰਿਹਾ। ਹੁਣ ਦੂਜਾ ਮੌਕਾ ਆਇਆ ਭਾਈ ਅਮਰਤਪਾਲ ਸਿੰਘ ਮੌਕੇ। ਹੁਣ ਫਿਰ ਦੂਜੀ ਵਾਰ ਇਹ ਮਾਹੌਲ ਬਣਿਆ ਕਿ ਬਾਹਰਲੇ ਮੁਲਕਾਂ ਦੇ ਕੁਝ ਸੱਜਣਾ ਨੇ ਤੇ ਪੰਜਾਬ ਦੇ ਵਿੱਚ ਬੈਠੇ ਕੁਝ ਸੱਜਣਾ ਨੇ ਇਸ ਸਥਿਤੀ ਨੂੰ ਦੁਬਾਰਾ ਪਹਿਲਾਂ ਵਾਲੀ ਨੂੰ ਰੈਫਰੈਂਡਮ ਵਾਲੀ ਜਿਹੜੀ ਮੌਕੇ ਪੈਦਾ ਹੋਈ ਸੀ ਉਹ ਫੇਰ ਇੱਕ ਵਾਰੀ ਪੈਦਾ ਹੋਈ। ਤੇ ਹੋਣਾ ਤਾਂ ਨਹੀਂ ਚਾਹੀਦਾ ਕਿ ਪੰਜਾਬ ਦੇ ਖਾਲਿਸਤਾਨੀ ਤੇ ਬਾਹਰਲੇ ਖਾਲਿਸਤਾਨੀ ਇੱਕ ਦੂਜੇ ਦੇ ਟਕਰਾਅ ਵਿੱਚ ਖੜੇ ਹੋਣ, ਉਲਟ ਖੜੇ ਹੋਣ। ਇਹ ਹੋਣਾ ਤੇ ਇਹ ਚਾਹੀਦਾ ਕਿ ਇੱਕ ਸਾਂਝ, ਇੱਕ ਰੂਪ ਤਾਂ ਬਣੀ ਰਵੇ। ਇਹ ਹੋਵੇ ਕਿ ਠੀਕ ਆ ਆਪੋ ਆਪਣੇ ਕੌਮ ਦੇ ਆਪੋ ਆਪਣੇ ਢੰਗ ਤਰੀਕੇ ਨੇ ਲੜਨ ਦੇ, ਭਾਈ ਤੁਸੀਂ ਬਾਹਰ ਬੈਠੇ ਹੋ, ਤੁਹਾਨੂੰ ਅਮਰੀਕਾ ਕੈਨੇਡਾ ਚ ਮਾਹੌਲ ਹੋਰ ਤਰ੍ਹਾਂ ਦਾ, ਸਾਨੂੰ ਇੱਥੇ ਮਾਹੌਲ ਹੋਰ ਤਰ੍ਹਾਂ ਦਾ। ਹੋਣਾ ਤੇ ਇਹ ਚਾਹੀਦਾ ਕਿ ਇੱਕ ਦੂਜੇ ਦੇ ਸਤਿਕਾਰ ਕਰੀਏ, ਪਰ ਇੱਕ ਦੂਜੇ ਦੇ ਖਿਲਾਫ ਖੜਾ ਲੱਗਦਾ ਵੀ ਐ ਕੀ ਹੋ ਗਿਆ ਜੀ। ਉਦੋਂ ਲੱਗਦਾ ਸੀ ਸਿੱਖ ਰੈਫਰੈਂਡਮ ਵਾਲੇ ਜਿਹੜੇ ਨੇ ਉਹਨਾਂ ਦੇ ਹਮਾਇਤੀ ਜਿਹੜੇ ਸੀ ਉਹ ਕਈ ਵਾਰੀ ਤਲਕ ਤੋਂ ਤਲਕ ਗੱਲਾਂ ਲਿਖਦੇ ਸੀ, ਪੰਜਾਬ ਚੋਂ ਵੀ ਕੁਛ ਉਹਦੇ ਖਿਲਾਫ ਲਿਖਦੇ। ਹੁਣ ਫੇਰ ਉਵੇਂ ਦਾ ਮਾਹੌਲ ਬਣਿਆ। ਚਲੋ ਹੁਣ ਭਾਈ ਅਮਰਤਪਾਲ ਸਿੰਘ ਜੇਲ੍ਹ ਚਲੇ ਗਏ, ਉਹਨਾਂ ਦੀ ਜਿਹੜੀ ਕਹਾਣੀ ਆ ਉਹ ਅੱਗੇ ਕਦੋਂ ਤੁਰਦੀ ਆ, ਕਿੱਧਰੋਂ ਤੁਰਦੀ ਆ, ਪਰ ਕੀ ਸਾਨੂੰ ਇਸ ਮੌਕੇ ਇਹ ਆਪੋ ਆਪਣੇ ਸਾਰਿਆਂ ਨੂੰ ਆਪਣੇ ਦਿਲ ਦਿਮਾਗ ਵਿੱਚ ਇਹ ਮਸਲਾ ਵਿਚਾਰਨਾ ਨਹੀਂ ਚਾਹੀਦਾ ਕਿ ਹੁਣ ਚੁੱਪ ਗੁੜਪ ਹੋ ਜਾਈਏ ਕਿ ਕਿਉਂ ਏਦਾਂ ਹੋਇਆ ਕਿ ਦੂਜੀ ਵਾਰ ਬਾਹਰਲਿਆਂ ਦੇ ਅੰਦਰਲਿਆਂ ਖਾਲਿਸਤਾਨੀਆਂ ਦਾ ਟਕਰਾਅ ਹੋਇਆ। ਕੱਲ ਨੂੰ ਫੇਰ ਹੋਊ, ਪਰਸੋਂ ਨੂੰ ਫੇਰ ਹੋਊ, ਹੌਲੀ ਹੌਲੀ ਇਹ ਅਵਸਥਾ ਆ ਜਾਊਗੀ ਇੱਕ ਦਿਨ ਕਿ ਪੰਜਾਬ ਦੇ ਖਾਲਿਸਤਾਨੀ ਤੇ ਪੰਥਕ ਜਿਹੜੇ ਨੇ ਲੋਕ ਜਿਹੜੇ ਇੱਥੇ ਲੰਮੇ ਅਰਸੇ ਤੋਂ ਕੰਮ ਕਰਦੇ ਆ ਰਹੇ ਨੇ, ਇਹਨਾਂ ਦਾ ਹਿਸਾਬ ਕਿਤਾਬ ਆਪੋ ਆਪਣਾ ਇੰਡੀਪੈਂਡੈਂਟ ਤੌਰ ਤੇ ਇੱਥੇ ਜੋਗਾ ਰਹਿ ਜੂ ਤੇ ਬਾਹਰ ਹਰ ਮੁਲਕ ਦੇ ਵਿੱਚ ਉੱਥੇ ਦੀਆਂ ਸਰਗਰਮੀਆਂ ਉੱਥੇ ਤੱਕ ਰਹਿ ਜਾਣਗੀਆਂ। ਕੀ ਇਸ ਤਰੀਕੇ ਨਾਲ ਖਾਲਿਸਤਾਨੀ ਸੰਘਰਸ਼ ਨੂੰ ਬਲ ਮਿਲੂਗਾ ਕਿ ਖਾਲਿਸਤਾਨੀ ਸੰਘਰਸ਼ ਨੂੰ ਸੱਟ ਵੱਜੂਗੀ? ਮਕਸਦ ਇਹ ਨਹੀਂ ਕਿ ਅਮਰਤਪਾਲ ਸਿੰਘ ਠੀਕ ਆ ਜਾਂ ਗਲਤ ਆ, ਮਕਸਦ ਇਹ ਨਹੀਂ ਕਿ ਪੰਜਾਬ ਦੀਆਂ ਖਾਲਿਸਤਾਨੀ ਸ਼ਖਸੀਅਤਾਂ ਜਾਂ ਜਥੇਬੰਦੀਆਂ ਨੇ ਠੀਕ ਕੀਤਾ ਜਾਂ ਗਲਤ ਕੀਤਾ। ਇਸ
ਗੱਲ ਦੇ ਉੱਤੇ ਹਰੇਕ ਨੂੰ ਖੁੱਲੀ ਆਪਦੇ ਮਨ ਦੇ ਹਿਸਾਬ ਨਾਲ ਚਰਚਾ ਕਰਨ ਦੀ ਜਾਂ ਕਿਸੇ ਦੀ ਹਮਾਇਤ ਜਾਂ ਕਿਸੇ ਦੀ ਵਿਰੋਧ ਕਰਨ ਦੀ ਕੋਈ ਉਹਦੇ ਚ ਹਰੇਕ ਨੂੰ ਖੁੱਲ੍ਹ ਆ। ਜੇ ਕਿਸੇ ਨੂੰ ਦਲ ਖਾਲਸਾ ਜਾਂ ਮਾਨ ਦਲ ਜਾਂ ਦਲਜੀਤ ਸਿੰਘ ਗਰੁੱਪ ਚੰਗਾ ਨਹੀਂ ਲੱਗਦਾ, ਉਹਦੇ ਕਿਸੇ ਕੰਮ ਨਾਲ ਕਿਸੇ ਵਿਚਾਰ ਨਾਲ ਅਸਹਿਮਤੀ ਆ, ਉਹਨੂੰ ਪੂਰਾ ਹੱਕ ਵਾ ਕੇ ਉਹਦੇ ਬਾਰੇ ਆਪਦੀ ਰਾਏ ਨਾ ਵਾਜਕ ਰਾਏ ਜ਼ਰੂਰ ਰੱਖੇ। ਜੇ ਕਿਸੇ ਨੂੰ ਭਾਈ ਅਮਰਤਪਾਲ ਸਿੰਘ ਜਾਂ ਬਾਹਰਲੇ ਕਿਸੇ ਸੱਜਣ ਬਾਰੇ ਕੋਈ ਗੜਬੜ ਹੈ ਦਿਮਾਗ ਚੋਂ ਰੱਖੇ, ਪਰ ਇੱਕ ਨਤੀਜਾ ਇੱਕ ਰਿਜ਼ਲਟ ਜ਼ਰੂਰ ਸੋਚ ਕੇ ਚੱਲੀਏ ਕਿ ਜੇ ਤਾਂ ਆਪਾਂ ਚਾਹੁੰਦੇ ਆ ਕਿ ਹਰ ਇੱਕ ਖਾਲਿਸਤਾਨੀ ਆਪਣੇ ਆਪਣੇ ਦਾਇਰੇ ਜੋਗਾ ਰਹਿ ਜਾਵੇ, ਫੇਰ ਤਾਂ ਆਪਾਂ ਉਹੋ ਜਿਹੇ ਪਾਸੇ ਨੂੰ ਤੁਰੀਏ। ਤੇ ਜੇ ਆਪਾਂ ਚਾਹੁੰਦੇ ਆ ਕਿ ਨਹੀਂ ਬਈ ਆਪਾਂ ਨੂੰ ਸ਼ਕਤੀ ਸਾਂਝ ਇਕੱਠੀ ਕਰਨੀ ਚਾਹੀਦੀ ਹੈ, ਫੇਰ ਆਪਾਂ ਨੂੰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਨੇ ਉਹ ਛੱਡਣੀਆਂ ਪੈਣਗੀਆਂ, ਆਪਣੇ ਆਪ ਉੱਤੇ ਕੁਝ ਬੰਦਸ਼ਾਂ ਲਾਉਣੀਆਂ ਪੈਣਗੀਆਂ, ਕੋਈ ਡਿਸਿਪਲਿਨ ਕੋਈ ਕੋਡ ਆਫ ਕੰਡਕਟ ਬਣਾਉਣਾ ਪਊਗਾ, ਕਿਉਂਕਿ ਦੋ ਝਟਕੇ ਖਾਲਿਸਤਾਨੀ ਸੰਘਰਸ਼ ਨੂੰ ਲੱਗ ਚੁੱਕੇ ਆ। ਇੱਕ ਵਾਰੀ ਰੈਫਰੈਂਡਮ ਮੌਕੇ ਲੱਗਿਆ ਜਦੋਂ ਬਾਹਰਲੇ ਖਾਲਿਸਤਾਨੀ ਅਤੇ ਪੰਜਾਬ ਦੇ ਖਾਲਿਸਤਾਨੀ ਇੱਕ ਦੂਜੇ ਦੇ ਉਲਟ ਖੜੇ ਦਿਖੇ ਤੇ ਸਟੇਟ ਤਾਂ ਬੜੀ ਖੁਸ਼ ਹੋਈ ਹੋਣੀ ਹੈ। ਫਿਰ ਦੂਜੀ ਵਾਰ ਅਮਰਤਪਾਲ ਸਿੰਘ ਵਾਰੀ ਇਦਾਂ ਹੋਇਆ। ਹੁਣ ਇਹ ਵਾਰ-ਵਾਰ ਜੇ ਹੁੰਦਾ ਰਹੇ ਤਾਂ ਇਹਦੇ ਨਤੀਜੇ ਮੈਨੂੰ ਲੱਗਦਾ ਮੇਰੇ ਹਿਸਾਬ ਨਾਲ ਤਾਂ ਮਾੜੇ ਹੋਣਗੇ। ਹੋ ਸਕਦਾ ਅਸੀਂ ਨਾ ਰਹੀਏ, ਕਿਉਂਕਿ ਬੰਦੇ ਦਾ ਪਤਾ ਨਹੀਂ ਕੱਲ ਨੂੰ ਬੰਦਾ ਉੱਠੇ ਨਾ, ਇੱਥੇ ਪਤਾ ਲੱਗਦਾ ਮਿੰਟ ਲੱਗਦਾ ਹੋਊਗਾ ਐਕਸੀਡੈਂਟ 'ਚ ਮਰ ਗਿਆ ਜੀ ਫਲਾਨਾ ਹੋ ਗਿਆ। ਦੀਪ ਸਿੱਧੂ ਦਾ ਉਧਰ ਜਦੋਂ ਗੱਲ ਇਹ ਹੋਈ ਅਸੀਂ ਇੱਥੇ ਬੈਠੇ ਗੱਲਾਂ ਕਰਦੇ ਸੀਗੇ, ਤਲਵਾੜਾ ਸੀਗਾ ਲੱਗਿਆ ਉਧਰ ਫੋਨ ਤੇ ਵੀ ਆਪਾਂ ਦਲ ਖਾਲਸਾ ਤੇ ਦਲਜੀਤ ਸਿੰਘ ਗਰੁੱਪ ਕਿਵੇਂ ਆਪਾਂ ਇਕੱਠੇ ਹੋਣਾ, ਉਦੋਂ ਦੀਪ ਸਿੱਧੂ ਨਾਲ ਗੱਲ ਚੱਲ ਤੇ ਦੀਪ ਸਿੱਧੂ ਦੇ ਇੱਕਦਮ ਹੀ ਉਹ ਤਲਵਾੜੇ ਨੇ ਫੋਨ ਕੀਤਾ ਵਿਚਾਲੇ, ਉਹ ਕਹਿੰਦਾ ਜੀ ਮੈਨੂੰ ਨਾ ਬਹੁਤ ਸਾਰੀਆਂ ਮਿਸ ਕਾਲਾਂ ਆ ਗਈਆਂ, ਮੈਂ ਤੁਹਾਨੂੰ ਬਾਅਦ ਚ ਕਰਦਾ ਕੱਟ ਕੇ। ਜਦੋਂ ਦੁਬਾਰਾ ਫੋਨ ਆਇਆ ਉਹਦਾ ਤੇ ਉਹ ਕਹਿੰਦਾ ਜੀ ਉਹ ਤਾਂ ਕੰਮ ਹੀ ਆ ਹੋ ਗਿਆ। ਸਾਨੂੰ ਬੜਾ ਇੱਕਦਮ ਲੱਗਿਆ ਵੀ ਇਹ ਗੱਲ ਹੋ ਹੀ ਨਹੀਂ ਸਕਦੀ, ਅਸੀਂ ਸੱਚ ਨਹੀਂ ਸੀ ਮੰਨ ਰਹੇ। ਉਹ ਕਿਸੇ ਵੀ ਗੱਲ ਦਾ ਇੱਕਦਮ ਪਤਾ ਨਹੀਂ ਹੁੰਦਾ ਹੈਗਾ। ਹੋ ਸਕਦਾ ਜਿਹੜੇ ਅੱਜ ਵਾਲੇ ਆ ਅਸੀਂ ਇੱਥੇ ਐਕਟਿਵ ਲੋਕ ਆ ਨਾ ਰਹੀਏ ਕੱਲ ਨੂੰ, ਪਰ ਸੰਘਰਸ਼ ਤਾਂ ਉਹਨਾਂ ਟਾਈਮ ਰਹਿਣਾ ਹੈ ਜਿੰਨਾ ਟਾਈਮ ਇਹਦੀ ਕਾਮਯਾਬੀ ਨਹੀਂ ਹੋ ਜਾਂਦੀ। ਤੇ ਇਸ ਦੇ ਸੰਘਰਸ਼ ਦੇ ਉਲਟ ਭੁਗਤ ਦੀਆਂ ਗੱਲਾਂ ਨੂੰ ਜਦੋਂ ਅਸੀਂ 1984-85 ਦੇ ਦੌਰ ਵਿੱਚ ਜਾਂ 88-89 ਦੇ ਦੌਰ ਵਿੱਚ ਛੱਡ ਪਰੇ ਕਹਿ ਕੇ ਲੰਘਾ ਦਿੱਤਾ, ਨਹੀਂ ਉਹਨਾਂ ਦੇ ਉੱਤੇ ਕੰਮ ਕੀਤਾ, ਤਾਂ ਬਾਅਦ ਚ ਸਾਨੂੰ ਨੁਕਸਾਨ ਝੱਲਣਾ ਪਿਆ ਨਾ। ਤੋ ਅੱਜ ਵੀ ਜਿਹੜਾ ਸੰਘਰਸ਼ ਦਾ ਇਹ ਪੜਾਅ ਆ, ਇਹ ਦੌਰ ਆ, ਇਹ ਕੋਈ ਖਤਮ ਨਹੀਂ ਹੋ ਗਿਆ। ਅਸੀਂ ਤਾਂ ਮਤਲਬ ਬਹੁਤ ਵੱਡੇ ਜਿਹੜੇ ਆ ਸੋਚ ਰੱਖ ਕੇ ਬੈਠੇ ਆ ਤੇ ਇਸ ਗੱਲ ਲਈ ਸਾਨੂੰ ਆਪਦੇ ਮਨ ਦਿਮਾਗ ਉੱਤੇ ਬੋਝ ਪਾਉਣਾ ਚਾਹੀਦਾ ਕਿ ਸਾਨੂੰ ਕੀ ਨਹੀਂ ਕਰਨਾ ਚਾਹੀਦਾ, ਕਿੱਥੇ ਰੁਕਣਾ ਚਾਹੀਦਾ ਤੇ ਸਾਡੇ ਬੰਦਿਆਂ ਨੂੰ ਕਿਹੜਾ ਕਿਹੜਾ ਕੰਮ ਜ਼ਰੂਰ ਕਰਨਾ ਚਾਹੀਦਾ। ਤੇ ਇਸ ਤਰੀਕੇ ਨਾਲ ਅਸੀਂ ਕੋਈ ਆਪਦੇ ਉੱਤੇ ਡਿਸਿਪਲਿਨ ਕਾਇਮ ਕਰਾਂਗੇ ਤਾਂ ਸਾਡਾ ਸਾਰਿਆਂ ਦਾ ਇਕੱਠ ਬਣਿਆ ਰਹੂਗਾ। ਨਹੀਂ ਤਾਂ ਸਾਰਿਆਂ 'ਚ ਥੋੜਾ ਜਿਹਾ ਐਲੀਮੈਂਟ ਵੱਧ ਹੁੰਦਾ, ਜਿਹੜਾ ਵੀ ਖਾਲਿਸਤਾਨੀ ਬੰਦਾ ਉਹ 'ਚ ਅਣਖ ਗੈਰਤ ਤੱਤ ਥੋੜਾ ਜਿਹਾ ਜ਼ਿਆਦਾ ਹੁੰਦਾ। ਦੂਜੇ ਦੀ ਗੱਲ ਸੁਣ ਕੇ ਇੱਕਦਮ ਅੱਗ ਬਗੂਲਾ ਹੋ ਕੇ ਕੋਈ ਗੱਲ ਠਾਹ ਦੇਣਾ ਕਹਿ ਦਿੰਦਾ ਤੇ ਜਿਹਦੇ ਨਾਲ ਕੰਮ ਵਿਗੜਦਾ। ਸੋ ਅਸੀਂ ਧੀਰਜ ਠਰਮੇ ਅਤੇ ਸ਼ਾਂਤੀ ਦਾ ਜਿਹੜਾ ਹੈਗਾ ਉਹ ਮਾਹੌਲ ਬਣਾਈਏ ਤੇ ਇਸ ਗੱਲ ਨੂੰ ਆਪਦੇ ਏਜੰਡੇ 'ਚ ਲੈ ਕੇ ਆਈਏ ਕਿ ਸਾਰੀ ਸਮੁੱਚੀ ਖਾਲਿਸਤਾਨੀ ਜਿਹੜੀ ਧਿਰ ਵਾ ਉਹ ਇਕਜੁੱਟ ਤੇ ਇਕਮੁੱਠ ਕਿਵੇਂ ਰਹਿ ਸਕੇ। ਮੈਂ ਇੱਥੇ ਇੱਕ ਗੱਲ ਕਹਿ ਕੇ ਸਮਾਪਤੀ ਕਰਨੀ ਆ ਕਿ ਖਾੜਕੂ ਸੰਘਰਸ਼ ਦੌਰਾਨ ਅੱਡ-ਅੱਡ ਜਥੇਬੰਦੀਆਂ ਅਤੇ ਧਿਰਾਂ ਦਾ ਵੀ ਇਸੇ ਤਰੀਕੇ ਨਾਲ ਜਿਵੇਂ ਹੁਣ ਵਾ ਏਦਾਂ ਟਕਰਾਅ ਚੱਲਿਆ ਸੀ, ਜਿਹਦੇ ਵਿੱਚੋਂ ਫਿਰ ਹੌਲੀ-ਹੌਲੀ ਇੱਕ ਸਾਂਝੀ ਕਮਾਂਡ ਵੀ ਪੰਥਕ ਕਮੇਟੀ ਬਣਾ ਲਓ, ਏਦਾਂ ਦੀਆਂ ਗੱਲਾਂ ਨਿਕਲੀਆਂ ਜਿਹਦੇ ਕਈ ਸਾਨੂੰ ਉਦੋਂ ਲਾਭ ਵੀ ਹੋਏ। ਅੱਜ ਵੀ ਕੌਮੀ ਲੈਵਲ ਦੇ ਉੱਤੇ ਕੁਝ ਇਹੋ ਜਿਹਾ ਹੋਣਾ ਚਾਹੀਦਾ ਜਿਹਦੇ ਵਿੱਚ ਭਾਰਤ ਅਤੇ ਭਾਰਤ ਤੋਂ ਬਾਹਰ ਜਿਹੜੀਆਂ ਖਾਲਿਸਤਾਨੀ ਸ਼ਖਸੀਅਤਾਂ ਤੇ ਜਥੇਬੰਦੀਆਂ ਨੇ ਇਹਨਾਂ ਵਿੱਚ ਇੱਕ ਦੂਜੇ ਦੇ ਪ੍ਰਤੀ ਨੇੜਤਾ, ਸਹਿਯੋਗ ਅਤੇ ਪਿਆਰ ਸਤਿਕਾਰ ਦੀ ਭਾਵਨਾ ਬਣੀ ਰਵੇ। ਸੋ ਹੋ ਸਕਦਾ ਕਿਸੇ ਵੀਰ ਭਰਾ ਨੂੰ ਮੇਰੇ ਅੱਜ ਵਾਲੇ ਇਸ ਪ੍ਰੋਗਰਾਮ ਦੀ ਕੋਈ ਗੱਲ ਚੰਗੀ ਨਾ ਲੱਗੇ, ਕਿਉਂਕਿ ਜਿਹੜੀਆਂ ਗੱਲਾਂ ਇਸ ਤਰ੍ਹਾਂ ਦੀਆਂ ਹੁੰਦੀਆਂ ਇਹਨਾਂ ਦੇ ਵਿੱਚ ਕਈ ਵਾਰੀ ਲੱਗਦਾ ਕਿ ਆਹ ਗੱਲ ਨਹੀਂ ਸੀ ਕਹਿਣੀ ਜਾਂ ਆਹ ਗੱਲ ਕਿਉਂ ਕਹੀ। ਮੈਂ ਸਾਰੀ ਸੰਗਤ ਨੂੰ ਇਹ ਦੱਸਣਾ ਚਾਹੁੰਦਾ ਕਿ ਅਸੀਂ ਪੰਥ ਦਾ ਦਰਦ ਰੱਖਦੇ, ਸਾਡਾ ਦਿਲ ਰੋਂਦਾ ਜੋ ਸਾਡੇ ਹਾਲਾਤ ਨੇ ਔਰ ਜਿਵੇਂ ਦੁਸ਼ਮਣ ਸਾਨੂੰ ਢੂਹੀ ਫਿਰ ਬਹੁਤ ਖਤਰਨਾਕ ਮਾਹੌਲ ਵਿੱਚ। ਔਰ ਇਸ ਮੌਕੇ ਉੱਤੇ ਆਪਾਂ ਨੂੰ ਸੋਚਣਾ ਚਾਹੀਦਾ ਕਿ ਸਾਡੇ ਕਰਕੇ ਸੰਘਰਸ਼ ਦਾ ਕੋਈ ਨੁਕਸਾਨ ਨਾ ਹੋਵੇ। ਸੋ ਇੱਥੇ ਹੀ ਸਮਾਪਤੀ ਕਰਦਾ ਹੋਇਆ ਫਤਿਹ ਅਰਜ਼ ਕਰਦਾ ਜੀ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।